ਪਟਿਆਲੇ ਸ਼ਹਿਰ 'ਚ ਖੜੇ ਆ ਜੀ। ਅਰਬਨ ਸਟੇਟ ਫੇਸ 1 ਦੇ ਵਿੱਚ LIG ਫਲੈਟ ਨੇ। ਇਹ ਕੁਆਟਰ ਨੇ ਛੋਟੇ ਛੋਟੇ, ਹੁਣ ਤਾਂ ਵੱਡੇ 2-2 3-3 ਕੁਆਟਰ ਇੱਕ ਬੰਦੇ ਨੇ ਖਰੀਦ ਕੇ ਕੋਠੀਆਂ ਬਣਾ ਲਈਆਂ ਇਹਦੀਆਂ। ਕਿਸੇ ਟਾਈਮ ਇਹ ਵਿਡੋਜ਼ ਵਾਸਤੇ ਜਿਹੜੇ ਉੱਥੋਂ ਦਿੱਲੀ ਤੋਂ ਦੰਗੇ ਹੋਏ ਸੀ, ਸਿੱਖ ਦੰਗੇ, ਉਹਦੇ ਵਿੱਚ ਜਿਹੜੇ ਵਿਕਟਮ ਸੀ ਉਹਨਾਂ ਨੂੰ ਇਹ ਅਲਾਟ ਹੋਈਆਂ ਸੀਗੀਆਂ ਛੋਟੇ ਛੋਟੇ ਪਲਾਟ, ਛੋਟੇ ਛੋਟੇ ਕੁਆਟਰ। ਤੇ ਇਹਦੇ ਵਿੱਚ ਇੱਕ ਦਿੱਲੀ ਤੋਂ ਬਜ਼ੁਰਗ ਜੋੜਾ ਆ ਕੇ ਰਹਿ ਰਿਹਾ ਜੀ ਇਸ ਘਰ ਦੇ ਵਿੱਚ। ਘਰ ਦੇ ਹਾਲਾਤਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਆਸ-ਪਾਸ ਦੇ ਘਰਾਂ ਤੋਂ ਦੇਖ ਕੇ ਵੀ ਇਸ ਘਰ ਦੇ ਵਿੱਚ ਹਾਲਾਤ ਕਿੱਦਾਂ ਦੇ ਰਹੇ ਹੋਣਗੇ। ਜਿਹੜੇ ਬਜ਼ੁਰਗ ਨੇ, ਕੀ ਨਾਂ ਜੀ ਉਹਨਾਂ ਦਾ? ਬਾਪੂ ਜੀ ਬਲਾਈਂਡ ਨੇ ਜੀ ਅੱਖਾਂ ਤੋਂ, ਬਹੁਤ ਸਮੇਂ ਤੋਂ, ਲੰਬੇ ਤੋਂ 10-12 ਸਾਲਾਂ ਤੋਂ ਤਾਂ ਇਹ ਦੇਖ ਰਹੇ ਨੇ ਭੈਣ ਜੀ ਹੁਣੀ। ਤੇ ਉਹਨਾਂ ਦੇ ਵਾਈਫ ਨੇ ਜਿਹੜੇ, ਉਹ ਹੁਣ ਪਿਛਲੇ ਸਾਲ ਵੱਧ ਹੋ ਗਏ 2 ਸਾਲ ਤੋਂ ਬੈੱਡ ਤੇ ਪਏ ਨੇ। ਉਹਨਾਂ ਦਾ ਚੂਲਾ ਟੁੱਟਿਆ ਹੋਇਆ, ਹੁਣ ਬੈੱਡ ਸੋਲ ਹੋ ਗਏ ਨੇ। ਘਰ 'ਚ ਦੋਨੋਂ ਹੀ ਨੇ, ਬੱਚਾ ਸੀ ਇੱਕ ਛੋਟਾ ਜਿਹਾ ਹੋ ਕੇ 4 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ। ਤੇ ਨਾ ਕੋਈ ਪਰਿਵਾਰ ਦਾ ਮੈਂਬਰ ਆ, ਨਾ ਕੋਈ ਭਰਾ, ਨਾ ਕੋਈ ਭੈਣ, ਕੋਈ ਨਹੀਂ। ਬੜੀ ਮੁਸ਼ਕਿਲ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ। ਭੈਣ ਜੀ ਹੁਣਾਂ ਨੇ ਸਾਨੂੰ ਦੱਸਿਆ ਸੀ, ਜਗਦੀਪ ਵੀਰੇ ਹੁਣੀ ਸਾਡੀ ਟੀਮ ਦੇ ਮੈਂਬਰ ਨੇ, ਰਾਣੀ ਭੈਣ ਹੁਣੀ ਇਹ ਨਾਲ ਆਏ ਨੇ। ਤੇ ਅਸੀਂ ਕੋਸ਼ਿਸ਼ ਕਰਦੇ ਆ, ਇਹ ਹੋਮ ਡਿਲੀਵਰੀ ਦੇਣ ਲਈ ਆਏ ਸੀ। ਵੀਰ ਜੀ ਤੁਸੀਂ ਅੱਗੇ ਵੀ ਦੇ ਕੇ ਜਾਂਦੇ ਹੋਮ ਡਿਲੀਵਰੀ? ਬਾਪੂ ਜੀ ਸਤਿ ਸ੍ਰੀ ਅਕਾਲ। ਹੋਰ ਠੀਕ ਹੋ ਬਾਪੂ ਜੀ? ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਲਿਆ ਦਿੰਦੇ ਨੇ, ਹੋਮ ਡਿਲੀਵਰੀ ਦੇਣ ਆਏ ਸੀ ਜੀ। ਠੀਕ ਹੈ, ਰਾਸ਼ਨ ਦੇ ਕੇ ਚੱਲਿਓ ਤੁਸੀਂ? ਠੀਕ ਹੈ ਜੀ, ਤੁਹਾਡੀ ਇੱਥੇ ਸ਼ਾਪ ਹੈ ਜੀ। ਥੈਂਕ ਯੂ ਬਾਪੂ ਜੀ। ਅਸੀਂ ਲੁਧਿਆਣੇ ਤੋਂ ਆਏ ਆ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਨਾ। ਤੁਹਾਡਾ ਕੀ ਨਾਮ ਹੈ ਜੀ? ਸਰਬਜੀਤ ਸਿੰਘ ਜੀ। ਕਿੰਨੇ ਸਮੇਂ ਤੋਂ ਬਲਾਈਂਡ ਹੋ ਤੁਸੀਂ? ਮੈਂ ਤਾਂ ਹੈਗਾ 20 ਸਾਲ ਤੋਂ ਬਲਾਈਂਡ। 20 ਸਾਲ ਤੋਂ। ਇਹਨਾਂ ਨੂੰ ਜਾਣਦੇ ਹੋ ਤੁਸੀਂ ਭੈਣ ਜੀ ਹੁਣਾਂ ਨੂੰ? ਵੀਰ ਜੀ ਛਵੀ ਦੀ ਮੰਮਾ। ਜਾਣਦੇ ਹੋ? ਆਪ ਅੰਦਰ ਬੈਠੇ ਆ। ਆਓ ਨਾ, ਆਓ ਨਾ। ਆਂਟੀ ਜੀ ਕਿੱਥੇ ਨੇ? ਇੱਧਰ ਆ ਨਾ, ਆ ਜਾਓ। ਦੇਖੋ ਅੱਜ ਦੇ ਸਮੇਂ 'ਚ ਸਰਕਾਰਾਂ ਦਾ ਜਿਹੜਾ ਬਣਦਾ ਹੱਕ, ਵੈਲਫੇਅਰ ਦੇਣੀ ਬਜ਼ੁਰਗਾਂ ਨੂੰ, ਸੀਨੀਅਰ ਸਿਟੀਜ਼ਨ ਨੂੰ, ਉਹਨਾਂ ਨੂੰ ਮਾਣ ਸਤਿਕਾਰ ਭਰਿਆ ਜੀਵਨ ਮਿਲੇ। ਠੀਕ ਆ, ਇਕੱਲੇ ਰਹਿ ਗਏ, ਬੱਚਾ ਨਹੀਂ ਸੀਗਾ, ਠੀਕ ਆ, ਕੋਈ ਪਰਿਵਾਰ ਰਿਸ਼ਤੇਦਾਰ ਨਹੀਂ ਖੜਦੇ, ਕਿਉਂਕਿ ਜਦੋਂ ਮਾੜਾ ਸਮਾਂ ਆਉਂਦਾ ਉਦੋਂ ਕਿਸੇ ਦਾ ਵੀ ਨਹੀਂ ਖੜਦਾ ਕੋਈ ਵੀ। ਇਹ ਸਮਾਂ ਹੀ ਇਦਾਂ ਦਾ ਚੱਲਦਾ। ਤੇ ਪਰ ਤੁਸੀਂ ਦੇਖੋ, ਇੱਕ ਅੱਖਾਂ ਤੋਂ ਬਲਾਈਂਡ ਬੰਦਾ ਫਿਜ਼ੀਕਲ ਡਿਸੇਬਲ ਆਪਣੀ ਵਾਈਫ ਨੂੰ, ਜਗਦੀਪ ਵੀਰੇ ਫੜਿਓ ਦਰਵਾਜ਼ਾ, ਕਿੱਦਾਂ ਸਫ਼ਰ ਕਰ ਰਿਹਾ ਹੋਊਗਾ ਹਨਾ। ਆ ਸਮਾਨ ਆ ਘਰ ਦੇ ਵਿੱਚ ਪਿਆ। ਵਾਹਿਗੁਰੂ ਜੀ ਕੀ ਫਤਿਹ। ਆਂਟੀ ਠੀਕ ਹੋ? ਮੇਰਾ ਨਾਂ ਆਂਟੀ ਜੀ ਗੁਰਪ੍ਰੀਤ ਸਿੰਘ ਆ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਇੱਕ ਸੁਪਨਿਆਂ ਦਾ ਘਰ ਵਾਹਿਗੁਰੂ ਨੇ ਸਾਨੂੰ ਦਿੱਤਾ ਬਣਾ ਕੇ, ਉੱਥੇ ਹਸਨਪੁਰ ਲੁਧਿਆਣੇ। ਉੱਥੇ ਅਸੀਂ 300 ਦੇ ਕਰੀਬ ਮੈਂਬਰ ਰਹਿੰਦੇ ਆ ਸਾਰੇ। ਅਸੀਂ ਉਹਨੂੰ ਸੁਪਨਿਆਂ ਦਾ ਘਰ ਕਹਿੰਦੇ ਆ, ਜਿੱਥੇ ਬਜ਼ੁਰਗ ਨੇ ਤੁਹਾਡੇ ਵਾਂਗੂ, ਮਾਵਾਂ ਵੀ ਆ, ਭੈਣਾਂ ਵੀ ਆ, ਬੱਚੇ ਵੀ ਆ, ਬਜ਼ੁਰਗ ਬਾਪੂ ਵੀ ਆ, ਨੌਜਵਾਨ ਵੀਰ ਵੀ ਆ, ਭੈਣਾਂ ਬੱਚੇ ਵੀ ਆ ਛੋਟੇ। ਤੇ ਅਸੀਂ ਤੁਹਾਡੀ ਹੈਲਪ ਲਈ ਆਏ ਆ। ਬਾਪੂ ਜੀ ਇੱਥੇ ਆ ਜਾਓ। ਬਾਪੂ ਜੀ ਅੱਗੇ ਤੁਸੀਂ ਆਹ ਬੈੱਡ ਤੇ ਆ ਜਾਓ। ਬਾਪੂ ਜੀ ਇੱਥੇ ਆਹ ਬੈੱਡ ਤੇ ਆ ਜਾਓ। ਬਾਪੂ ਜੀ ਆਂਟੀ ਦੇ ਇੱਥੇ ਉਰੇ ਨੂੰ ਆ ਜਾਓ ਮੇਰੇ ਕੋਲ ਨੂੰ। ਬਾਪੂ ਜੀ ਨੂੰ ਦਿਖਾਈ ਨਹੀਂ ਦਿੰਦਾ ਬਿਲਕੁਲ ਹੀ, ਟੋਟਲੀ ਬਲਾਈਂਡ ਨੇ। ਇੱਧਰ ਨੂੰ ਮੂੰਹ ਕਰਕੇ ਬੈਠ ਜਾਓ ਬਾਪੂ ਜੀ ਕੋਲੇ ਹੀ ਹੈ ਨਾ, ਇਹਨਾਂ ਦੇ ਆਂਟੀ ਜੀ ਦੇ। ਤੇ ਬਾਪੂ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਹੈ ਜੀ? ਮੇਰੇ ਬ੍ਰਦਰ ਹੈਗਾ, ਭਤੀਜਾ ਹੈਗਾ ਮੇਰੇ ਕੋਲ, ਹੈਗਾ ਦਿੱਲੀ ਆਇਆ। ਉਹ ਕਿੱਥੇ ਨੇ ਜੀ? ਓਕੇ, ਆਏ ਸੀ ਇੱਥੇ ਕਦੇ? ਹੁਣ ਕਦੋਂ ਆ ਕੇ ਗਏ ਜੀ ਲਾਸਟ ਟਾਈਮ? ਹੁਣ ਦੇਖੀ ਗਏ ਪਿੱਛੇ 2 ਸਾਲ ਪਹਿਲਾਂ ਆਏ ਸੀ? ਨਹੀਂ 2 ਸਾਲ ਪਹਿਲੇ ਨਹੀਂ, ਹੁਣ ਜਰਾ ਬਿਮਾਰ ਆਏ ਦੇਖਣ ਆਏ। ਓਕੇ ਜੀ, ਮਤਲਬ ਕਿੰਨਾ ਕੁ ਟਾਈਮ ਪਹਿਲਾਂ ਬਾਪੂ ਜੀ? 6 ਮਹੀਨੇ ਹੋ ਗਏ। 6 ਮਹੀਨੇ ਪਹਿਲਾਂ ਆਏ ਸੀਗੇ। ਠੀਕ ਹੈ ਬਾਪੂ ਜੀ। ਤੇ ਬੱਚਾ ਨਹੀਂ ਤੁਹਾਡੇ ਕੋਈ ਹੈਗਾ ਹੈ ਨਾ? ਡੈਥ ਹੋ ਗਈ। ਮੈਂ ਕੀ ਗੱਲ ਹੋ ਗਈ ਸੀ ਉਹਨਾਂ ਨੂੰ? ਉਹ ਬਿਮਾਰ ਹੋ ਗਿਆ ਸੀ ਕਹਿੰਦਾ ਵੈਸੇ। ਅੱਛਾ ਜੀ, ਕਿੱਡੇ ਕੁ ਵੱਡੇ ਸੀ ਉਹ? 4.5 ਸਾਲ ਦਾ। ਓਕੇ, ਤੁਸੀਂ ਇੱਥੇ ਦਿੱਲੀ ਤੋਂ ਇੱਥੇ ਕਦੋਂ ਸ਼ਿਫਟ ਹੋਏ ਸੀ ਪੰਜਾਬ? ਹਾਂਜੀ। ਕਿੰਨਾ ਟਾਈਮ ਪਹਿਲਾਂ ਸ਼ਿਫਟ ਹੋਏ ਸੀ ਪੰਜਾਬ? ਹੋ ਗਿਆ 88 ਆਇਆ ਸੀ ਮੈਂ ਜੀ। 88 ਚ ਆਏ। 1984 ਜਦੋਂ ਰਾਈਟਸ ਹੋਏ ਸੀ, ਉੱਥੇ ਦੰਗੇ ਹੋਏ ਸੀ, ਉੱਥੇ ਸੀ ਉਦੋਂ? ਸਾਡੀ ਦੁਕਾਨਾਂ ਸੀ, ਮੈਂ ਬ੍ਰਦਰ ਨਾਲ ਦੁਕਾਨ ਕਰਦਾ ਸੀ, ਕਹਿੰਦਾ ਸੀ ਹਾਂਜੀ ਭਾਈ ਆਪ ਦੁਕਾਨ, ਉਹ ਦੁਕਾਨ ਸਾੜਤੀ ਸੀ ਨੇ। ਅੱਛਾ, ਦੁਕਾਨਾਂ ਨੂੰ ਅੱਗ ਲਾਤੀ ਸੀ। ਬ੍ਰਦਰ ਮੇਰਾ ਫਿਰ ਕਹਿੰਦਾ ਮੈਂ ਲੁਧਿਆਣੇ ਆ ਗਿਆ ਸੀਗਾ, ਮਾਲ ਟਾਊਨ। ਅੱਛਾ, ਉੱਥੇ ਸ਼ਿਫਟ ਹੋ ਗਏ ਸੀ ਬ੍ਰਦਰ? ਹੋ ਗਏ ਸਨ। ਉਹ ਦੁਬਾਰਾ ਦਿੱਲੀ ਚਲੇ ਗਏ। ਓਕੇ, ਕਰੋਨਾ ਦੀ ਡੈਥ ਹੋ ਗਈ ਨਾ ਦੀ। ਉਹ ਬ੍ਰਦਰ ਦੀ ਵੀ ਮਾਤਾ ਪਿਤਾ ਤਿੰਨਾਂ ਡੈਥ ਹੋ ਗਈ ਕਰੋਨਾ ਚ। ਕਰੋਨਾ ਚ? ਹਾਂਜੀ। ਹਾਂਜੀ। ਅੱਛਾ, ਤੁਹਾਡੇ ਮੰਮੀ, ਤੁਹਾਡੇ ਡੈਡੀ ਤੇ ਤੁਹਾਡਾ ਭਰਾ ਕਰੋਨਾ ਚ? ਲੁਧਿਆਣੇ ਦਾ ਉੱਥੇ ਜੇ ਦਿੱਲੀ ਦਾ ਹੋਇਆ ਨਾ, ਸਾਲ ਪਹਿਲੇ ਦਿੱਲੀ ਹੋਇਆ ਤਾਂ ਹੁਣ ਕਹਿੰਦਾ ਪਿੱਛੇ ਕਰੋਨਾ ਦੀ ਡੈਥ ਹੋ ਗਈ ਨਾ ਦੀ। ਤੇ ਤੁਹਾਡੀ ਅੱਖਾਂ ਦੀ ਕੀ ਪ੍ਰੋਬਲਮ ਸੀ? ਬਲਾਈਂਡ ਕਿਵੇਂ ਹੋ ਗਏ? ਮੇਰੀ ਪ੍ਰੋਬਲਮ ਹੈ ਨਾ, ਮੇਰੀ ਨਾ ਬਚਪਨ ਤੋਂ ਕਹਿੰਦਾ। ਸਾਇਲੈਂਟ ਕਰ ਲਓ ਵੀਰੇ ਫੋਨ। ਹਾਂਜੀ,
ਬਚਪਨ ਤੋਂ ਮੇਰਾ ਵੀਕ ਸੀ ਜੀ ਅੱਛਾ। ਕੱਟ ਦਿੰਦਾ ਸੀਗਾ ਓਕੇ ਜੀ ਐਨਕ ਮੈਨੂੰ ਲੱਗੀ ਹੋਈ ਸੀਗੀ ਜੀ ਦੂਰ ਦੇ ਮੱਲੇ ਕਰਾਂ ਲੈਣੀ ਬੰਦ ਕਰ ਦੇ ਹਾਂਜੀ ਦੂਰ ਦੇ ਮਨ ਚਸ਼ਮਾ ਲੱਗਿਆ ਸੀ ਉਹਨੂੰ ਅੱਛਾ ਜੀ ਮੈਂ ਦਿਖਦਾ ਸੀਗਾ ਮੈਂ ਪੜਦਾ ਸਾਂ ਮਾਰਦੀ ਮੈਂ ਕੀਤੀ ਯਾਰੀ ਕੀਤੀ ਹੋਈ ਮੈਂ ਕਿੰਨਾ ਪੜ੍ਹੇ ਹੋ ਯਾਰੀ ਤੁਸੀਂ ਪੜਿਆ ਮੈਂ ਓਕੇ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਫਿਰ ਉਸ ਤੁਸੀਂ ਤੋਂ ਬਾਅਦ ਬ੍ਰਦਰ ਨਾਲ ਸੀਗਾ ਨਾ ਕੈਫੇ ਦੁਕਾਨ ਸੀ ਕਰਦੇ ਰਿਹਾ ਦਿੱਲੀ ਵੀ ਕੈਮਿਸਟ ਦੀ ਸ਼ਾਪ ਸੀ ਹਾਂਜੀ 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 ਠੀਕ ਹੈ ਜੀ 11ਵੀਂ ਪੜ੍ਹਨ ਤੋਂ ਬਾਅਦ ਫਿਰ ਤੁਹਾਡੀ ਮੈਰਿਜ ਕਿਹੜੇ ਸੰਨ ਚ ਹੋਈ ਜੀ ਮੈਰਿਜ ਮੇਰੀ ਹੋਈ 79 ਸੀ 79 ਚ ਹਾਂਜੀ। ਤੇ ਬੇਟਾ ਜਿਹੜਾ ਹੋਇਆ ਸੀ ਜਿਹਦੀ ਡੈਥ ਹੋ ਗਈ ਸੀ ਬੇਟਾ ਕਹਿੰਦਾ ਮੈਂ ਬੇਟਾ ਆਇਆ ਸੀ ਬੇਟਾ ਆਇਆ ਸੀਗਾ 80 ਚ 84 ਦੇ ਚ ਮਤਲਬ ਕਿ ਕਹਿੰਦਾ ਮੈਂ ਰਾਈਟ ਤੋਂ ਪਹਿਲੇ ਹੀ 2 ਮਹੀਨੇ ਤੇ ਮੈंने ਅੱਛਾ ਗੁਜ਼ਰ ਗਿਆ ਉਹਦੀ ਡੈਥ ਹੋ ਗਈ ਯਾਰ ਨਵੰਬਰ ਗਿਆ ਉਹ ਸਤੰਬਰ ਗੁਜ਼ਰ ਅਗਸਤ ਗੁਜ਼ਰਿਆ ਸੀਗਾ ਉਹ। ਅੱਛਾ ਬਿਮਾਰ ਸੀਗਾ ਕੋਸ ਸ਼ੁਰੂ ਤੋਂ ਵੀਕ ਸੀਗਾ 1984 ਨਵੰਬਰ ਦੇ ਵਿੱਚ ਰਾਈਟਸ ਹੁੰਦੇ ਆ ਅਗਸਤ ਵਿੱਚ ਅਗਸਤ ਵਿੱਚ ਗੁਜ਼ਰ ਗਿਆ ਅਗਸਤ ਚ ਗੁਜ਼ਰ ਗਏ 2 ਮਹੀਨੇ ਪਹਿਲਾਂ ਤੇ ਉਹ ਮਤਲਬ ਵੀਕ ਸੀ ਬੜਾ ਜਮਨ ਤੋਂ ਵੀਕ ਸੀ ਬੜਾ ਸੀਗਾ ਓਕੇ ਉਸ ਨੂੰ ਪਤਾ ਨਹੀਂ ਸੀਗਾ ਤਾਂ ਮਤਲਬ ਠੀਕ ਹੈ ਮੈਂ ਡਾਕਟਰ ਨੂੰ ਦਿਖਾਉਂਦੇ ਰਹਿੰਦੇ ਸਾਂ ਓਕੇ ਉਸ ਤੋਂ ਬਾਅਦ ਫਿਰ ਕੋਈ ਬੇਬੀ ਨਹੀਂ ਹੋਇਆ ਅੱਗੋਂ ਉਸ ਤੋਂ ਬਾਅਦ ਕੋਈ ਨਹੀਂ ਆਇਆ ਆਪਾਂ ਠੀਕ ਹੈ ਫਿਰ ਤਾਂ ਅੰਕਲ ਤੁਸੀਂ ਉੱਥੇ ਬਾਪੂ ਜੀ ਉੱਥੇ ਦਿੱਲੀ ਹੀ ਰਹੇ ਫਿਰ ਨਾ ਦਿੱਲੀ ਹਾਂਜੀ ਫਿਰ ਤੁਸੀਂ 88 ਚ 4 ਸਾਲ ਬਾਅਦ ਇੱਥੇ ਪੰਜਾਬ ਆ ਗਏ ਹਾਂਜੀ 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 ਪੰਜਾਬ ਆ ਕੇ ਬਾਪੂ ਜੀ ਇਹ ਘਰ ਫਿਰ ਤੁਸੀਂ ਮੁੱਲ ਲੈ ਲਿਆ ਸੀ ਹੈ ਮੁੱਲ ਲੈ ਲਿਆ ਉੱਥੇ ਥੋੜਾ ਮਕਾਨ ਛੋਟਾ ਮਕਾਨ ਸੀ ਨਾ ਵੇਚ ਆਇਆ ਸੀ 50 ਗਜ ਮਕਾਨ ਉਹ ਵੇਚ ਆਇਆ ਸਾਂ ਉਥੋਂ ਓਕੇ ਜੀ ਆਹ ਓਕੇ ਲੱਖ ਸਵਾ ਲੱਖ ਦਾ ਮਕਾਨ ਮਿਲਿਆ ਸੀ ਵੇਚ ਆਇਆ ਸੀ ਬਾਕੀ ਇੱਥੇ ਪੈਸੇ ਲਾ ਗਿਆ ਸੀ ਕੋਈ ਬਣਾ ਲਿਆ ਸੀ ਬਸ ਇਸੇ ਤਰ੍ਹਾਂ ਬਸ ਗੁਜ਼ਾਰਾ ਕਰਦੇ ਰਹੇ ਤੇ ਪੀਸੀਓ ਵਗੈਰਾ ਵੀ ਇੱਥੇ ਕਹਿੰਦੇ ਐਸਟੀਡੀ ਖੋਲੀ ਸੀ ਤੁਸੀਂ ਹਾਂ ਸਟੇਡੀ ਖੋਲੀ ਸੀਗਾ ਤੇ ਸਟੇਡੀ ਖੋਲੀ ਸੀ ਰਸਤਾ ਇਧਰ ਬਸ ਸੀਗਾ ਨਾ ਖੋਲਿਆ ਸੀਗਾ ਹਾਂ ਉਧਰਲੇ ਸਾਈਡ ਰਸਤਾ ਸੀ ਸੜਕ ਤੇ ਸਟੇਡੀ ਸਟੇਡੀ ਮਿਲ ਗਈ ਸੀ ਸਾਡੇ ਬੇਸ ਤੇ ਸਟੇਡੀ ਮਿਲ ਗਈ ਸੀ ਹੂੰ ਕਿ ਮਤਲਬ ਪਲਾਨ ਬੰਦ ਰਾਈਟ ਤੇ ਕਰਕੇ ਹਾਂ ਰਾਈਟ ਕਰਕੇ ਪਲਾਨ ਕਰਕੇ ਮਿਲ ਪਲਾਨ ਕਰਕੇ ਮਿਲ ਹਾਂ ਗਈ ਇੱਥੇ ਹੋਰ ਕੋਈ ਵੀ ਸਟੇਡੀ ਨਹੀਂ ਸੀ ਓਕੇ ਕੱਲ ਫਸਟ ਟਾਈਮ ਸੰਸਰ ਕੱਲ ਸਾਨੂੰ ਮਿਲੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਲੋਕਾਂ ਨੇ ਪੈਸੇ ਪੂਰ ਦੇ ਕੇ ਉਸ ਤੋਂ ਖਰਾਬ ਸੀ ਮਿਨਿਸਟਰ ਸੀ ਉਹਨਾਂ ਨੂੰ ਪੈਸੇ ਪੂਰ ਦੇ ਕੇ ਲਗਾਉਂਦੇ ਰਹੇ ਲੇਕਿਨ ਸਾਡਾ ਨਾਂ ਚੱਲਦਾ ਰਿਹਾ ਸਭ ਤੋਂ ਪਹਿਲਾਂ ਸਾਡੇ ਕੋਲ ਬਹੁਤ ਰਸ਼ ਸੀਗਾ ਬੜਾ ਅੱਛਾ ਮਤਲਬ ਚੰਗੇ ਪੈਸੇ ਚੰਗੇ ਕਮਾਉਣਾ ਸੀ ਅੱਜ ਕੱਲ੍ਹ ਨਹੀਂ ਜੀ ਤੇ ਉਸ ਤੋਂ ਬਾਅਦ ਆਪਣੇ 2006 ਦੇ ਵਿੱਚ ਕਰਨ ਲੱਗੇ ਜਦੋਂ ਮੋਬਾਈਲ ਆ ਗਏ ਸਾਡੇ ਕੰਮ ਬੰਦ ਹੋ ਗਿਆ ਹਾਂ ਉਦੋਂ ਫਿਰ ਸਾਰਿਆਂ ਦੀ ਬੰਦ ਐਸਟੀਡੀਆਂ ਸਾਰੀਆਂ ਬੰਦ ਹੋ ਗਈਆਂ ਤੇ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਹਾਂਜੀ ਹਾਂਜੀ ਇਹ ਫਿਰ ਮਤਲਬ ਕਿ 2000 ਦੇ 2001 ਦੇ ਵਿੱਚ ਕਿਤੇ ਜਾ ਕੇ ਗਈ 20 ਸਾਲ ਹੋ ਗਏ ਮੈਨੂੰ ਗੁਜ਼ਰੇ ਹਾਂ ਗਏ 21 ਹੁਣ 2000 ਬਹਿਣਾ ਸਾਂ ਸੇ ਦੇਖੋ ਮੈਂ ਬਹਿਣਾ ਸਾਂ ਅੱਖਾਂ ਦੀ ਮੇਰੀ ਨੌਕਰੀ ਨਹੀਂ ਸੀ ਹਾਂ ਔਰ ਫਿਰ ਵੀ ਮੈਂ ਤੁਸੀਂ ਸਾਰੇ ਕੰਮ ਕਰ ਲੈਂਦੇ ਸੀ ਨੰਬਰ ਡਾਇਲ ਕਰ ਲੈਣਾ ਸਾਂ ਮੈਂ ਓਕੇ ਜੀ ਓਕੇ ਉਸ ਬਾਅਦ ਪੈਸੇ ਵੀ ਲੈ ਲੈਣਾ ਕਿ ਮੀਟਰ ਤੇ ਕਿੰਨੇ ਪੈਸੇ ਆਏ ਬਗੈਰ ਦੇਖੇ ਹਾਂ ਮੈਂ ਉੱਥੇ ਹੀ ਬੈਠਾ ਨਾ ਹਾਂਜੀ ਤੇ ਤਾਂ ਦੱਸਣਾ ਤੁਹਾਡੇ ਇਤਨੇ ਪੈਸੇ ਹੈਗੇ ਨੇ ਓਕੇ ਮਨ ਦੀ ਰੋਸ਼ਨੀ ਇੰਨੀ ਹੈ ਤੁਹਾਡੇ ਦੀ ਯਾਨੀ ਉਹਦੇ ਚ ਹੀ ਆਵਾਜ਼ ਆਉਂਦੀ ਸੀ ਓਕੇ ਟਿਪ 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 ਆਵਾਜ਼ ਆਉਂਦੀ ਸੀ ਉਹਦੇ ਤੋਂ ਅੰਦਾਜ਼ਾ ਲਾ ਕਾਊਂਟਿੰਗ ਕਰਨਾ ਨਾ ਮੈਂ ਉਹ ਕਾਊਂਟਿੰਗ ਕਰਨਾ ਜਿੰਨੀ ਮਰਜ਼ੀ ਫਾਸਟ ਹੋਵੇ ਚਾਹੇ ਲੰਡਨ ਦੀ ਅੰਗਰੇਜ਼ੀ ਅਮਰੀਕਾ ਦੀ ਬੜੀ ਫਾਸਟ ਚੱਲਦੀ ਸੀ ਉਸ ਤਰ੍ਹਾਂ ਜੀ ਉਹ ਕਾਊਂਟਿੰਗ ਕਰ ਲੈਣਾ ਮੈਂ ਐਵੇਂ ਉਹ ਟੋਟਲ ਅਗਰ ਮੈਂ ਦੇਖ ਲੈਣਾ ਐਗਜ਼ੈਕਟ ਮੀਟਰ ਆਏਗਾ ਓਕੇ ਇਹ ਕੋਈ ਫਰਕ ਨਹੀਂ ਹੋਣਾ ਸੀ ਮੈਂ ਇਹ ਨਹੀਂ ਆਪਣੀ ਕਿਉਂਕਿ ਉਹਦੀ ਟਕ 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 ਦੀ ਆਵਾਜ਼ ਜਿਹੜੀ ਮਸ਼ੀਨ ਦੀ ਉਹ ਗਿਣਦਾ ਉਹਦੇ ਤੋਂ ਅੰਦਾਜ਼ੇ ਲਾ ਲੈਂਦੇ ਕਿੰਨੇ ਪੈਸੇ ਬਣ ਗਏ ਕਾਊਂਟਿੰਗ ਕਰ ਦੇਣਾ ਨਾ ਇਤਨੇ ਪੈਸੇ ਬਣ ਗਏ ਤੁਹਾਡੇ ਉਹ ਮਸ਼ੀਨ ਉਨੀ ਵਾਰੀ ਟਕ ਟਕ ਕਰਦੀ ਸੀ ਉਹ ਬਿਲਕੁਲ ਟਿਕ ਟਿਕ ਕਰਦੀ ਸੀ ਤੇ ਬਾਪੂ ਜੀ ਆਂਟੀ ਦੀ ਮੰਨ ਲਓ ਕੀ ਦਿੱਕਤ ਆਈ ਕਦੋਂ ਸੱਟ ਲੱਗ ਗਈ ਇਹਨਾਂ ਦੇ ਆਂਟੀ ਸਾਡੀ ਆਂਟੀ ਜਿਹੜੇ ਆਂਟੀ ਅਥਲੈਟਿਕ ਹੈਗੀ ਅੱਛਾ ਜੀ ਟੰਗਾ ਟੇੜੀਆਂ ਬਾਹਾਂ ਸਭ ਟੇੜੀਆਂ ਹੋਈ ਪੈਣ ਓਕੇ 30 ਸਾਲ ਤੋਂ ਪਹਿਲੇ ਬਿਮਾਰੀ ਹੈਗੀ ਇੱਥੇ ਆ ਕੇ ਹੋਈ ਹੈ ਓਕੇ ਹਾਂ ਉਹਦੇ ਠੀਕ ਸਨ ਅੰਕਲ ਇੱਧਰ ਨੂੰ ਹੋ ਕੇ ਬੈਠੇ ਥੋੜਾ ਜਿਹਾ ਇੱਧਰ ਨੂੰ ਹੋ ਜਾਓ ਐ ਨੂੰ ਕਿੱਧਰ? ਇੱਥੇ ਇੱਥੇ ਇਧਰ ਹਾਂ ਜਾਂ ਇਹ ਬੈੱਡ ਤੇ ਆ ਜਾਓ ਇਹ ਬੈੱਡ ਤੇ ਆ ਜਾਓ ਹਾਂ, ਮੈਂ ਆਂਟੀ ਜੀ ਦੇ ਪੈਰ ਪੂਰ ਦੇਖਣੇ ਚਾਹੁੰਦਾ ਕੋਈ ਗੱਲ ਨਹੀਂ ਕੋਈ ਗੱਲ ਹਾਂਜੀ ਭੈਣ ਇੱਧਰ ਆ ਜਾਓ ਤੁਸੀਂ ਕੋਈ ਗੱਲ ਨਹੀਂ ਅੱਗੋਂ ਇਹਨਾਂ ਨੂੰ ਹੱਡੀਆਂ ਦੀ ਬਿਮਾਰੀ ਹੈ ਦਸਤਾਨੇ ਦਿਓ ਕਰਦਾ ਅੰਗ ਟੇਡੇ ਸਾਰੇ ਟੰਗ ਠਾਕੁਰ ਠੀਕ ਮੈਂ ਵੀਡੀਓ ਦੇਖਿਆ ਸੀ ਇਹਨਾਂ ਦੇ ਪੈਰਾਂ ਦੀਆਂ ਉਂਗਲਾਂ ਵੀ ਹੱਥ ਵਾਂਗੂ ਆ ਜਿਵੇਂ ਹੱਥ ਹੁੰਦਾ ਹਨਾ ਹਾਂਜੀ ਸਭ ਇਹ ਸ਼ੁਰੂ ਤੋਂ ਹੀ ਏਦਾਂ ਨਹੀਂ ਸ਼ੁਰੂ ਤੋਂ ਨਹੀਂ ਹੈ ਹੂੰ ਇਹ 30 ਸਾਲ ਤੋਂ ਪਹਿਲੇ ਬਿਮਾਰੀ ਇਹਨਾਂ ਨੂੰ ਆਈ ਹੈ ਹੌਲੀ ਹੌਲੀ ਕਰਕੇ ਫਿਰ ਉਹ ਵੱਧਦੀ ਗਈ ਨਾ ਵੱਧਦੀ ਗਈ ਹੈ ਤੇ ਜਿਹੜਾ ਹੁਣ ਇਹਨਾਂ ਦਾ ਸਰੀਰ ਖੜ ਗਿਆ ਮੇਰਾ ਨਾਲ ਰਹੀ ਹੈ ਹਾਂਜੀ ਮੈਂ ਕੋਈ 30 ਸਾਲ ਨਹੀਂ ਛੱਡਿਆ ਅੱਛਾ ਸਾਰੇ ਦਰਸ਼ਨ ਕਰਕੇ ਇਹ ਨਾਲ ਲੈ ਕੇ ਗਿਆ ਮੈਨੂੰ ਇਸ ਘਟੋ ਹੇਮਕੋਟ ਸਾਹਿਬ ਵੀ ਗਿਆ ਮੈਂ ਆਪ ਹਾਂਜੀ ਨਨਕਾਣਾ ਸਾਹਿਬ ਗਿਆ ਉਹ ਵਾਹਿਗੁਰੂ ਪੰਜਾ ਸਾਹਿਬ ਨਨਕਾਣਾ ਸਾਹਿਬ ਗਿਆ ਮੈਂ ਆਂਟੀ ਕਿਉਂ ਰੋਣ ਲੱਗ ਗਏ ਕੋਈ ਗੱਲ ਇਹਨਾਂ ਨੂੰ ਰੋਣਾ ਆਇਆ ਕਿ ਮੈਨੂੰ ਕਰਾਵੇ ਜ਼ਿੰਦਗੀ ਪ੍ਰਾਪਤ ਕਿਉਂ ਆ ਰਹੀ ਹੈ ਆਂਟੀ ਘਬਰਾਓ ਨਾ ਅਸੀਂ ਤੁਹਾਡੇ ਪੁੱਤ ਆਏ ਆ ਪੁੱਤ ਤੁਹਾਡੇ ਕੋਲੇ ਹਾਂਜੀ ਕੋਈ ਨਾ ਘਬਰਾਓ ਨਾ ਘਬਰਾਓ ਦੇਖੋ ਇੱਕ ਬਜ਼ੁਰਗ ਜੋੜਾ ਸੀਨੀਅਰ ਸਿਟੀਜ਼ਨਸ ਇੱਥੇ ਕਿੱਦਾਂ ਸਫ਼ਰ ਕਰ ਰਹੇ ਨੇ ਕਿੱਦਾਂ ਸਬਰ ਕਰ ਰਹੇ ਨੇ ਇਹ ਅਸੀਂ ਪਤਾ ਨਹੀਂ ਕਿੱਦਾਂ ਦੇ ਸਮਾਜ ਦੇ ਵਿੱਚ ਰਹਿੰਦੇ ਆ ਅੰਕਲ ਤੁਹਾਨੂੰ ਕੋਈ ਮਦਦ ਮਿਲੀ ਸਰਕਾਰੀ ਤੌਰ ਤੇ ਕਦੇ ਕੋਈ 2 ਲੱਖ ਮਿਲਿਆ ਸੀ ਕਹਿੰਦੇ ਮੈਂ ਰੈੱਡ ਕਾਰਡ ਉੱਤੇ ਗਵਰਨਮੈਂਟ ਵਾਲਾ ਮਨਮੋਹਨ ਸਿੰਘ ਜੀ ਸਰਕਾਰ ਸੀਗੀ ਉਦੋਂ ਮਿਲਿਆ ਸੀਗਾ ਉਹ ਕਾਹਦਾ ਮਿਲਿਆ ਸੀਗਾ ਜੀ ਹਾਂਜੀ ਇਹ 2003 ਸੀ ਮੈਂ ਨਹੀਂ ਕਾਹਦਾ ਬਲਾਈਂਡ ਹੋਣ ਤੇ ਮਿਲਿਆ ਸੀ ਨਹੀਂ ਕਹਿੰਦਾ ਮੈਂ ਰਾਈਟਸ ਦਾ ਰਾਈਟ ਦਾ ਮਿਲਿਆ ਕਹਿੰਦਾ ਪਲਾਨ ਦਾ
ਅਪਲਾਈਨ ਦਾ Plan ਦਾ। ਆਉਣ ਦਾ ਨਹੀਂ ਹੁਣ ਜਿਹੜੀ ਤੁਹਾਡੀ ਪ੍ਰੋਬਲਮ ਆ ਇਹਦੇ ਵਿੱਚ ਕੋਈ ਤੁਹਾਨੂੰ ਮੈਡੀਕਲੀ ਕੋਈ ਹੈਲਪ ਦਿੱਤੀ ਸਰਕਾਰ ਨੇ? ਆਂਟੀ ਤੁਸੀਂ ਬੈਠ ਸਕਦੇ ਹੋ ਉੱਠ ਕੇ, ਜਾਂ ਥੋੜਾ ਜਿਹਾ ਇੱਧਰ ਨੂੰ ਨੇੜੇ ਜੇ ਹੋ ਜਾਓਗੇ ਹਨਾ? ਨਾ ਥੋੜਾ ਤੁਸੀਂ ਚਾਦਰ ਚੱਕੋ ਜੀ, ਆ ਬੈੱਡ ਸ਼ੀਟ ਨੂੰ ਨਾ ਚੱਕ ਲਓ, ਇੱਧਰ ਨੂੰ ਕਰ ਲਓ। ਦੇਖੋ ਕਿਸ ਤਰ੍ਹਾਂ ਸਰਕਾਰ ਦੀ ਕੋਈ ਮਦਦ ਨਹੀਂ, ਕੋਈ ਮਦਦ ਨਹੀਂ ਕੋਈ। ਆ ਦੇਖੋ ਆਂਟੀ ਦੇ ਪੈਰ ਦੇਖੋ, ਇਹ ਆਰਥਰਾਈਟਿਕ ਬਿਮਾਰੀ ਆਂਟੀ ਨੂੰ। ਆ ਦੇਖੋ ਪੈਰਾਂ ਦੀਆਂ ਉਂਗਲਾਂ ਕਿੱਦਾਂ ਹੋ ਗਈਆਂ। ਆਂਟੀ ਜੀ ਦੇ ਹੱਥ ਦੇਖੋ ਕਿੱਦਾਂ ਹੋ ਗਿਆ। ਆ ਹੱਥ ਇਹ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਆਹ ਗਠੀਆ, ਉਹ ਆ ਜੀ ਗਠੀਆ ਹਨਾ? ਗਠੀਆ ਹੀ ਆ ਨਾ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਧੰਨਵਾਦ, ਤੁਸੀਂ ਗਵਾਂਢੀ ਹੋਣ ਦੇ ਨਾਤੇ ਇੱਥੇ ਆਏ ਹੋ। ਗਵਾਂਢੀ ਹੋ ਤੁਸੀਂ ਇਹਨਾਂ ਦੇ? ਚਲੋ ਬਹੁਤ ਧੰਨਵਾਦ। ਆਂਟੀ ਮੇਰਾ ਨਾਮ ਗੁਰਪ੍ਰੀਤ ਆ, ਆਂਟੀ ਤੇਰਾ ਪੁੱਤ ਆ ਮੈਂ, ਠੀਕ ਆ? ਰੋਣਾ ਨਹੀਂ, ਰੋਣਾ ਨਹੀਂਗਾ ਆਂਟੀ, ਰੋਣਾ ਨਹੀਂਗਾ। ਆ ਗੱਦੀਆਂ ਚੱਕਿਓ ਸਰਾਣੇ ਦੇ ਪਿੱਛੇ ਲਾਈਏ, ਚੱਕ ਲੈ ਦੋਨੇ ਤਿੰਨੇ ਗੱਦੀਆਂ। ਥੋੜਾ ਜਿਹਾ ਆਂਟੀ ਉੱਠ ਕੇ ਬੈਠੋਗੇ, ਥੋੜਾ ਚਾਦਰ ਦੇ ਥੱਲੇ ਲਾਓ। ਹੋਰ ਦੇ ਗੱਦੀ ਤੀਜੀ ਵੀ ਆ ਫੜੋ ਜੀ, ਥੱਲੇ ਲਾਓ। ਇੱਕ ਹੋਰ ਚੱਕੋ। ਨਹੀਂ ਕੋਈ ਚੱਕਰ ਨਹੀਂ। ਇੱਥੇ ਬੈਠ ਜਾਓ ਆਂਟੀ, ਲਾ ਲਓ ਸਿਰ ਥੱਲੇ। ਹੁਣ ਘਬਰਾਓ ਨਾ। ਅੱਜ ਤੁਹਾਡੀ ਤਕਲੀਫਾਂ ਤੁਹਾਡੇ ਦੁੱਖ ਆ ਜਿਹੜੇ ਅਸੀਂ ਆਪਣੇ ਸਿਰ ਲੈ ਲਏ। ਵਾਹਿਗੁਰੂ ਕਿਰਪਾ ਕਰੇ ਅਸੀਂ ਤੁਹਾਡੇ ਪੁੱਤ ਬਣ ਕੇ ਤੁਹਾਡੀ ਸੇਵਾ ਕਰ ਸਕੀਏ, ਤੁਹਾਡਾ ਟ੍ਰੀਟਮੈਂਟ ਹੋ ਸਕੇ, ਤੁਸੀਂ ਆਪਣਾ ਜਿਹੜਾ ਅਗਲਾ ਜੀਵਨ ਆ ਉਹ ਮਾਣ ਸਤਿਕਾਰ ਭਰਿਆ ਤੰਦਰੁਸਤੀ ਭਰਿਆ ਬਤੀਤ ਕਰੋ। ਫਿਕਰ ਨਾ ਕਰ ਮਾਂ। ਕੀ ਨਾਮ ਮਾਤਾ ਜੀ ਤੁਹਾਡਾ? ਸੁਰਿੰਦਰ ਕੌਰ। ਠੀਕ ਆ ਸੁਰਿੰਦਰ ਮਾਤਾ ਜੀ, ਤੁਸੀਂ ਇੱਥੋਂ ਦੇ ਰਹਿਣ ਵਾਲੇ ਹੀ ਹੋ? ਤੁਹਾਡਾ ਜਿਹੜਾ ਪੇਕਾ ਪਿੰਡ ਆ ਉਹ ਇੱਥੇ ਹੀ ਆ ਪਟਿਆਲੇ 'ਚ ਹੀ ਹੈ ਨਾ? ਤੇ ਤੁਹਾਡਾ ਪੇਕੇ ਪਰਿਵਾਰ 'ਚ ਕੋਈ ਰਹਿੰਦਾ ਇੱਥੇ? ਬ੍ਰਦਰ ਦੀ ਡੈਥ ਹੋ ਗਈ ਦੋਨਾਂ ਦੀ? ਉਹਨਾਂ ਦੇ ਕੋਈ ਬੱਚੇ? ਕੋਈ ਵਿਆਹ ਨਹੀਂ ਕੀਤਾ ਉਹਨਾਂ ਦਾ। ਉਹਨਾਂ ਦਾ ਵਿਆਹ ਨਹੀਂ ਕੀਤਾ ਸੀ, ਉਹ ਸ਼ਰਾਬ ਪੀ ਕੇ ਠੀਕ ਨਹੀਂ ਸਾਨੂੰ, ਇਹ ਵੀ ਸਾਨੂੰ ਠੀਕ ਨਹੀਂ ਕਿਤੇ। ਉਹਨੂੰ ਵਿਆਹ ਅੱਛਾ ਨਸ਼ਾ ਕਰਦੇ ਸੀ ਜ਼ਿਆਦਾ? ਉਹਨਾਂ ਨੇ ਵਿਆਹ ਨਹੀਂ ਕੀਤਾ ਸੀ ਦੋਨੋਂ ਦਾ ਹੀ। ਉਹਨਾਂ ਦਾ ਘਰ ਇਸੇ ਮਹੱਲੇ 'ਚ ਨੇੜੇ ਤੇੜੇ ਸੀ ਕਿਤੇ? ਉਹ ਫੇਸ 2 ਸੀਗਾ, ਉਹ ਵੇਚ ਕੇ ਆਪੇ ਖਾ ਪੀ ਗਿਆ ਸਭ ਕੁਝ। ਓਕੇ, ਉਹਨਾਂ ਵੱਲੋਂ ਵੀ ਕੋਈ ਸਪੋਰਟ ਨਹੀਂ। ਦੇਖੋ ਕਹਿੰਦੇ ਵੀ ਕੁਦਰਤ ਪਤਾ ਨਹੀਂ ਕਿਹੜੀ ਕਰੋਪੀ ਹੈ ਇਸ ਪਰਿਵਾਰ ਦੇ ਉੱਪਰ, ਬਾਪੂ ਜੀ ਉਹਨਾਂ ਦੇ ਉੱਤੇ, ਬੇਬੇ ਜੀ ਦੇ ਉੱਪਰ। ਮਾਲਕ ਦਾ ਪਤਾ ਨਹੀਂ ਹੈ ਨਾ ਕਿਹੜਾ। ਦੇਖੋ ਉਹਦਾ ਸ਼ੁਕਰ ਅਦਾ ਤੇਰਾ। ਦੇਖੋ ਕੋਈ ਗਰੋਪੀ ਨਹੀਂ, ਇਹ ਗਰੋਪੀ ਨਹੀਂ ਹੋਗਾ, ਇਹ ਮਾਲਕ ਸ਼ੁਕਰ ਕੱਟ ਰਿਹਾ ਆਪਣੇ, ਕੋਈ ਗੱਲ ਨਹੀਂ। ਵਾਹਿਗੁਰੂ ਕੋਈ ਗਰੋਪੀ ਨਹੀਂ। ਲੋग मारा क्या ना राहुल में कहना नहीं, मैं तो बारिश से कर दे रहा था। ਵਾਹ ਬਾਪੂ, मैं बस मकान तक बैठे में आराम ना, कोई तकलीफ नहीं है। ਸੱਚੀ ਗੱਲ ਆ ਜੀ। ਆਲਣਾ ਦਿੱਤਾ ਹੋਇਆ ਵੱਡੀ ਗੱਲ ਆ। ਫਿਰ ਇਹਨਾਂ ਕੋਲੇ ਕੁਛ ਆਪਣੀ ਜੀਵਕਾ ਲਈ ਕੁਝ 4 ਪੈਸੇ ਇਹਨਾਂ ਨੇ ਜੋੜੇ ਹੋਏ ਸੀ, ਜਿਹਦੇ ਵਿੱਚੋਂ ਇਹਨਾਂ ਨੂੰ ਰੋਟੀ ਆ ਜਿਹੜੀ ਉਹ ਖਾਈ ਜਾਂਦੇ ਨੇ ਹਨਾ। ਉਹਦੀ ਐਫਡੀ ਕਰਾਈ ਆ, ਦੱਸਦੇ ਵੀਰੇ ਹੁਣੇ ਕੋਈ, ਉਹਦੇ ਵਿੱਚੋਂ ਕੁਝ ਪੈਸਿਆਂ ਦਾ ਵਿਆਜ ਦੇ ਨਾਲ ਇਹਨਾਂ ਦੀ ਰੋਟੀ ਚੱਲੀ ਜਾਂਦੀ ਆ। ਟਿਫਨ ਲਗਾਇਆ ਹੋਇਆ, ਦੱਸਦੇ ਸੀ ਵੀਰੇ ਹੁਣੀ, ਟਿਫਨ ਲੱਗਿਆ ਹੋਇਆ ਵਾ। 8 ਫੁਲਕੇ ਟਿਫਨ ਦੇ ਵਿੱਚ ਆਉਂਦੇ ਨੇ, 4 ਫੁਲਕੇ 5 ਸਵੇਰੇ ਖਾ ਲੈਂਦੇ ਨੇ, ਬਾਕੀ ਸ਼ਾਮ ਨੂੰ ਖਾ ਲੈਂਦੇ ਨੇ। ਇਹ ਦੋਨੋਂ ਜਾਣੇ ਹਸਬੈਂਡ ਵਾਈਫ ਇੱਕ ਦੂਸਰੇ ਦੀ, ਉਹ ਮਾਤਾ ਉਹਦੀਆਂ ਬਾਪੂ ਜੀ ਦੀਆਂ ਅੱਖਾਂ ਸੀਗੀਆਂ, ਤੇ ਬਾਪੂ ਜੀ ਉਸ ਮਾਂ ਦੀਆਂ, ਉਸ ਆਪਣੀ ਵਾਈਫ ਦੀਆਂ, ਆਪਣੇ ਜੀਵਨ ਸਾਥਣ ਦੀਆਂ ਸਰੀਰ ਸੀਗਾ, ਲੱਤਾਂ ਸੀਗੀਆਂ। ਪਰ ਅੱਜ ਦੁੱਖ ਇਸ ਗੱਲ ਦਾ, ਬਾਪੂ ਜੀ ਦੀਆਂ ਅੱਖਾਂ ਤਾਂ ਗਈਆਂ ਹੀ ਹੋਈਆਂ ਸੀ, ਮਾਤਾ ਜੀ ਦਾ ਸਰੀਰ ਵੀ ਖੜ ਗਿਆ। ਮਾਤਾ ਜੀ ਦੀਆਂ ਅੱਖਾਂ ਹੈਗੀਆਂ ਪਰ ਉਹ ਚੱਲ ਨਹੀਂ ਸਕਦੇ ਪਿਛਲੇ। ਮਾਤਾ ਜੀ ਕਿੰਨੇ ਟਾਈਮ ਤੋਂ ਤੁਸੀਂ ਮੰਜੇ ਤੇ ਪਏ ਹੋ? ਕੀ ਹੋਇਆ ਕੀ ਸੀ? ਉਹਦੇ ਨਾਲ ਹੀ ਡਿੱਗ ਪਏ? ਉਹਦੇ ਬਾਥਰੂਮ ਵਿੱਚ ਗਿਰ ਗਏ। ਡਿੱਗਣ ਤੋਂ ਬਾਅਦ ਫਿਰ चूल्हा गया, ਮੇਰੇ पैर गए वाले ਸੱਟ ਲੱਗੀ ਹੋਈ ਹੈ ਇੱਥੇ ਲੱਗੀ ਸੀ जख्म टांके में लगे हुए ਅੱਛਾ ਜੀ। ਟਾਂਗੇ ਲੱਗੇ। 6 महीने पहले इन्होंने गिर गए, व्हीलचेयर थट गए, फट पै गया तरीका, 6 टांके लगे इन्होंने, रफ्तार लै गया। ਵਾਹਿਗੁਰੂ। 6 महीने हो गए पहले। ਤੇ ਹੁਣ ਜਿਹੜਾ ਚੂਲਾ ਟੁੱਟਿਆ ਉਹਦਾ ਐਕਸਰਾ ਕਰਾਇਆ ਸੀ, ਡਾਕਟਰ ਕਹਿੰਦੇ ਚੂਲਾ ਟੁੱਟਿਆ ਹੋਇਆ? हाँ जी कितना उन्होंने ਮੈਂ ਗਈ ਸੀਗੀ, ਜੀ गए थे, ਐਕਸਰੇ ਖਾਲੀ ਕੀਤਾ ਸੀ। एक्सरे किया था उन्होंने। ਜੀ ਉਹਨਾਂ ਨੇ ਕੈਸੇ ਆਪਰੇਸ਼ਨ ਹੋਏਗਾ, ਹਾਂਜੀ। प्रोसेस लगा थोड़े जांच ਨਹੀਂ ਲੱਗ ਸਕਦਾ। ਉਹ ਕਹਿੰਦੇ ਆਪਰੇਸ਼ਨ ਹੋਊਗਾ। ऑपरेशन हो गया। ਫੇਰ ਜੀ ਮੈਂ ਨਹੀਂ
करवाने भी नहीं थी। नीर जोड़ दी ना हम करा नहीं करा सकते ऐसे ही खुश हम ਵਾਹ ਰੱਬਾ। थोड़ा बैठ जाते हैं रोटी खा लेते हैं और 6 महीने बाद ਦੇਖੋ ਜੀ ਆਪਾਂ ਆਪਦੇ ਦੁੱਖਾਂ ਨੂੰ ਵੱਡਾ ਮੰਨਦੇ ਆ ਵੀ ਸਾਨੂੰ ਦੁੱਖ ਛੋਟੀ ਜੀ ਪ੍ਰੋਬਲਮ ਨੂੰ ਅਸੀਂ ਲੈ ਕੇ ਬਹਿ ਜਾਂਦੇ ਹਾਂ, ਰੱਬ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਆ, ਰੱਬ ਨੂੰ ਮਾੜਾ ਚੰਗਾ। कोई नहीं मारा चंगा बाल ਕੀ ਕਹਿੰਦੇ ਹੋ ਮਾਂ? मैं सारी उम्र बड़ी थोड़ी गुजारी है अपने बहुत जा रही है परमात्मा ने बहुत साथ दिया मेरा। मैं सारा कुछ आप करती थी, रोटी भी बनाती थी, सब कुछ करती थी। इतना तो भी बोलने नहीं करी बंदा सीगा मेरा निपले ਕਦੇ ਮੰਨਿਆ ਨਹੀਂ ਸੀ ਬਾਪੂ ਅੱਖਾਂ ਤੋਂ ਅੰਨਾ ਹੈ। 6 बजे ना पाती से खोल से 6 बजे कुछ खोल हम रात 12 बजे बैठ रहा ना ਵਾਹ ਬਾਪੂ ਵਾਹ ਮਾਂ ਮੇਰੀ। ਜਾਨੀ ਕਿ ਅੱਖਾਂ ਤੋਂ ਅੰਨੇ ਬਾਪੂ ਨੇ ਤਾਂ ਕੱਟ ਲਿਆ ਸੀ, ਪਰ ਜਦੋਂ ਆਪਦਾ ਸਰੀਰ ਖੜ ਗਿਆ ਫਿਰ फिर मुश्किल होगी बस। तां मुश्किल नहीं है मैनू। मैनू यार रोटी खवाते ने, कपड़े मेरे बदलते ने, डायपर बदलते ने, सारा कुछ बेचारे करते ने, कपड़े बदलते मेरे। ਸਾਰਾ ਦਿਨ ਸੇਵਾ ਕਰਦੇ ਨੇ ਤੁਹਾਡੀ। हाँ जी मैं कौन से बात ना कर सके ना कर सकते ना ਮੈਂ ਤਾਂ ਵਾਹਿਗੁਰੂ ਅੱਗੇ ਬੇਬੇ ਅਰਦਾਸ ਕਰਦਾ ਤੇਰੇ ਦੁੱਖ ਸਾਨੂੰ ਦੇ ਦੇਵੇ ਮਹਾਰਾਜ ਸੱਚੇ ਪਾਤਸ਼ਾਹ। ले जावे, ਨਹੀਂ ਮਾਂ ਮੈਂ नहीं मैनू ले जावे परमात्मा। ਵਾਹਿਗੁਰੂ ਵਾਹਿਗੁਰੂ आप ही रहने ना मुझे नहीं आ रहा ਉਹਨਾਂ ਦਾ ਸਾਥ ਦੇਣਾ ਬੇਬੇ, ਤੇ ਤੋਂ ਬਿਨਾ ਉਹ ਇਕੱਲੇ ਰਹਿ ਜਾਣਗੇ। कोई गल एक दिन कल्ला बना होना ही होना है ਉਹ ਵਾਹਿਗੁਰੂ। एक दिन कल्ला होना ही होना है साथ किसी ने नमाज करते हैं कोई नहीं साथ साथ आता ਤੁਹਾਡਾ ਵਿਆਹ ਬੇਬੇ ਇੱਥੇ ਪਟਿਆਲੇ ਹੀ ਹੋਇਆ ਸੀ, ਵਿਆਹਣ ਆਏ ਸੀ ਇਹ नहीं ਦਿੱਲੀ? ਤੁਹਾਡਾ ਪਰਿਵਾਰ ਵੀ ਦਿੱਲੀ ਰਹਿੰਦਾ ਸੀ? दिल्ली परिवार तां दिल्ली रहते। रिश्तेदारी था ਕੀ ਨਾਂ ਸਰਦਾਰ ਜੀ ਦਾ ਤੁਹਾਡੇ ਹਸਬੈਂਡ ਦਾ? मेरे हस्बैंड का नाम है सरबजीत सिंह, ਸਰਬਜੀਤ ਸਿੰਘ। ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ? ਮਹਿੰਦਰ ਸਿੰਘ। ਮਹਿੰਦਰ ਸਿੰਘ ਸੀਗਾ। ਯਾਨੀ ਕਿ ਜਿਹੜਾ ਪਿਤਾ ਜੀ ਤੁਹਾਡੇ ਹਸਬੈਂਡ ਨੇ ਸਰਬਜੀਤ ਸਿੰਘ ਜੀ, ਜਦੋਂ ਤੁਹਾਡੀ ਮੈਰਿਜ ਹੋਈ ਸੀ ਉਦੋਂ ਬੌਸ ਉੱਥੇ ਕੰਮ ਕਰਦੇ ਸੀ ਜੀ आज का फर्क कम दुकान ਮੈਡੀਕਲ ਦਾ। लेकिन मैं नहीं कभी सोचा कि मेरा हस्बैंड मेरी इस गल नूं मनदी नहीं, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। हुण भी नहीं मनदी। ਹੁਣ ਵੀ ਨਹੀਂ ਮੰਨਣਾ ਮਾਂ, ਹੁਣ ਵੀ ਬਾਪੂ ਅੱਖਾਂ ਤੋਂ ਬਲਾਈਂਡ ਨਹੀਂ। ਤੁਹਾਡੀ ਕਿੰਨੀ ਸੇਵਾ ਕਰਦੇ ਨੇ, ਸ਼ਾਇਦ ਅੱਖਾਂ ਹੁੰਦੀਆਂ ਤਾਂ ਇੰਨੀ ਤਾਂ ਵੀ ਨਾ ਕਰ ਪਾਉਂਦੇ ਸੇਵਾ ਤੁਹਾਡੀ। ਤੁਸੀਂ ਬਹੁਤ ਹੀ ਚੰਗੇ ਕਰਮ ਆ, ਤੁਹਾਨੂੰ ਇਸ ਤਰ੍ਹਾਂ ਦਾ ਪਤੀ ਮਿਲਿਆ ਹੋਇਆ ਜਿਹੜਾ ਤੁਹਾਨੂੰ ਪਿਆ ਨੂੰ ਸੰਭਾਲਦਾ, ਰੋਟੀ ਖਵਾਉਂਦੇ ਨੇ ਅੱਖਾਂ ਤੋਂ ਬਲਾਈਂਡ ਹੋਣ ਦੇ ਬਾਵਜੂਦ। मां प्यो ने सारे गुरु करना संस्कार दित्ते। है ना सारे पिताजी बहुत 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 से अपने कर ऐसे सारे गुरु करना सारे मिले ना इस घर चंगे आ गया और कोई कर्म चंगे हो गया ना सब चंगे हो गया के आया सीगा। सारे गुरु साहब सब पिताजी बहुत बहुत सिमरन कर ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਰਦਾਰ ਸਰਬਜੀਤ ਸਿੰਘ ਤੇ ਮਾਤਾ ਸੁਰਿੰਦਰ ਕੌਰ, ਤੁਸੀਂ ਦੇਖ ਕੇ ਇਹਨਾਂ ਦੇ ਚਿਹਰੇ ਤੋਂ, ਬਾਪੂ ਜੀ ਦੇ ਚਿਹਰੇ ਤੋਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇਹ ਕਿਸੇ ਤਕਲੀਫ 'ਚ ਨੇ। ਇਹਨਾਂ ਦੇ ਚਿਹਰੇ ਤੇ ਨੂਰ ਆ ਜਿਹੜਾ ਹਜੇ ਵੀ ਬਾਪੂ ਜੀ ਦੇ ਉਸੇ ਤਰ੍ਹਾਂ, ਸ਼ਾਇਦ ਆਪਣੇ ਚਿਹਰੇ ਤੇ ਵੀ ਉਸ ਤਰ੍ਹਾਂ ਦਾ ਨੂਰ ਨਾ ਹੋਵੇ, ਪਰ ਇੱਕ ਬੜੀ ਵੱਡੀ ਇਹਨਾਂ ਦੇ ਅੰਦਰ ਕੋਈ ਤਾਕਤ ਆ ਅਕਾਲ ਪੁਰਖ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਵੀ ਇਹ बैठे मेरे अंदर, लेकिन मैं मुश्किल याद आ गया। मैंने तकलीफ किसी गल नहीं। ਮੇਰੇ ਪਾਪਾ ਬੈਠੇ ਨੇ, ਕਹਿੰਦੀ ਮਾਤਾ ਸਾਡੀ ਵੀ ਮੇਰੇ ਅੰਦਰ। मेरे प्यो मेरा गुरु करदार मेरे गुरु नानक मेरे अंदर बैठे हुए ਓਹੋ, ਮੇਰਾ ਗੁਰੂ ਨਾਨਕ ਮੇਰੇ ਅੰਦਰ ਬੈਠਾ। ਵਾਹ ਮਾਂ ਮੇਰੀ। ਉਹਦੇ ਕਰਕੇ ਮਾਂ ਤੁਸੀਂ ਐਡਾ ਸਬਰ ਕਰੀ ਬੈਠੇ ਹੋ, ਐਡਾ ਦੁੱਖ ਝੱਲੀ ਜਾਂਦੇ ਮਾਂ। ਅਸੀਂ ਦੇਖੀਦੇ ਆ ਬੜੇ ਲੋਕ ਬਿਮਾਰ ਚੰਗੇ ਭਲੇ ਨਹੀਂ ਤੁਰ ਪੈਂਦੇ। ਤੁਸੀਂ ਇਸ ਹਾਲਾਤ 'ਚ ਬਾਪੂ ਦੀ ਅੱਖਾਂ ਦੀ ਰੋਸ਼ਨੀ ਨਹੀਂ, ਤੁਸੀਂ ਸਾਫ਼ ਸੁਥਰੇ ਕੱਪੜੇ ਪਾਏ ਹੋ, ਸਾਫ਼ ਬੈੱਡ ਤੇ ਬੈਠੇ ਹੋ। ਅਸੀਂ ਜਦੋਂ ਜਾਈਦਾ ਦੇਖੀਦਾ ਟਾਇਲਟਾਂ ਦੇ ਢੇਰ ਲੱਗੇ ਪਏ ਹੁੰਦੇ ਰੂਮਾਂ ਦੇ ਵਿੱਚ, ਸਜਾਖਿਆਂ ਤੋਂ ਵੀ ਨਹੀਂ ਸੇਵਾ ਹੁੰਦੀ ਮਾਂ। ਇਹ ਤਾਂ ਪਤਾ ਨਹੀਂ ਕਿਹੜੀ ਤਾਕਤ ਅਕਾਲ ਪੁਰਖ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ। ਅੱਜ ਗੁਰੂ ਸਾਹਿਬ ਦੇ ਪਰਿਵਾਰ ਦੀ ਲਸਾਨੀ ਸ਼ਹਾਦਤ ਦੇ ਉਹ ਦਿਨ ਚੱਲਦੇ ਨੇ। ਅੱਜ वो पातशाह ਗੁਰੂ ਪਾਤਸ਼ਾਹ ਦੇ निके निके बच्चे ਨਿੱਕੇ ਨਿੱਕੇ ਬੱਚਿਆਂ ਨੇ ਕਿਸ चार बारे कपड़ा भी नहीं उचारन थे
ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਜੀ। ਅੱਜ ਫਿਰ ਮੌਜਾਂ ਮਾਣਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਗੱਲ 'ਚ ਬਾਪੂ ਦੇ ਸਬਰ ਆ, ਕਹਿੰਦੇ ਹਰ ਗੱਲ 'ਚ ਸਬਰ ਆ। ਵਾਹਿਗੁਰੂ ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਸਾਡੀਆਂ ਜੜ੍ਹਾਂ ਮਜ਼ਬੂਤ ਆ। ਸਾਡੇ ਬਜ਼ੁਰਗ ਆ ਸੋਚਦੇ ਆ। ਸਾਡੇ ਦਾਦੇ ਪੜਦਾਦੇ ਉਹਨਾਂ ਦੀ ਵਿਰਾਸਤ ਆ ਜੀ। ਨੰਗਾ ਮੰਗਾ ਖਾਦਾ ਗੁਰਦਾਰੇ ਬੱਚਿਆਂ ਨੇ ਲਿਆ ਦਿੱਤਾ ਹੈਗਾ। ਅੱਜ ਹੀ ਮੈਂ ਫਤਿਹਗੜ੍ਹ ਸਾਹਿਬ ਤੋਂ ਬੱਚੇ ਗਏ ਸੀ, ਉਹਨਾਂ ਨੇ ਨੰਗੇ ਲੈ ਕੇ ਦਿੱਤਾ। ਅੱਛਾ, ਉੱਥੋਂ ਮੰਗਾਇਆ, ਲੰਗਰ ਛਕਿਆ ਹੈ ਜੀ। ਅੱਜ ਛਕਿਆ ਜੀ। ਹਾਂਜੀ ਲੱਗਿਆ ਓ ਵਾਹਿਗੁਰੂ। ਕੱਲ ਵੀ ਕੱਲ ਛਕਿਆ ਜੀ, ਅੱਜ ਛਕਿਆ ਕੱਲ ਛਕਿਆ ਲੰਗਰ ਫਤਿਹਗੜ੍ਹ ਸਾਹਿਬ ਤੋਂ ਕਿਸੇ ਨੇ ਲਿਆ ਦਿੱਤਾ ਸੀ। ਅੱਜ ਵੀ ਵਿਚਾਰੇ ਲੰਗਰ ਪਾਏ ਇੱਥੋਂ ਮਿਲ ਗਿਆ ਲੰਗਰ ਲਿਆ ਮੈਂ ਕਿਹਾ ਲਿਆ ਬਈ ਕੋਈ ਗੱਲ ਨਹੀਂ। ਬੜਾ ਪਿਆਰ ਹੈ ਪਰ ਸਾਰਿਆਂ ਨਾਲ ਹੀ ਬਣਿਆ ਪਿਆ। ਵਾਹਿਗੁਰੂ, ਵਿਚਾਰੇ ਆਪ ਹੀ ਆਏ ਨੇ। ਉੱਥੋਂ ਅੱਜ ਵੀ ਫਤਿਹਗੜ੍ਹ ਸਾਹਿਬ ਤੋਂ ਪ੍ਰਸ਼ਾਦਾ ਆਂਢ ਗੁਆਂਢ ਦੇ ਲੋਕ ਬਾਪੂ ਜੀ ਦੱਸਦੇ ਨੇ, ਮਾਤਾ ਜੀ ਦੱਸਦੇ ਨੇ, ਮੈਂ ਅੱਜ ਛਕਿਆ ਗੁਰੂ ਕਾ ਲੰਗਰ। ਫਤਿਹਗੜ੍ਹ ਸਾਹਿਬ ਤੋਂ ਕੋਈ ਗਏ ਸੀ ਬੱਚੇ, ਉਹ ਲੈ ਕੇ ਆਏ ਸੀ ਗੁਰੂ ਕਾ ਲੰਗਰ। ਆਂਢ ਗੁਆਂਢ ਦੇ ਲੋਕ ਬਹੁਤ ਜ਼ਿਆਦਾ ਸਪੋਰਟਿਵ ਨੇ, ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਸਾਡੀ ਸਲੂਟ ਆ, ਸਾਡਾ ਸਲਾਮ ਆ ਇਸ ਮਹੱਲੇ ਨੂੰ। ਅਸੀਂ ਬਹੁਤ ਥਾਵਾਂ ਤੇ ਜਾ ਕੇ ਇਹ ਗੱਲ ਕਈ ਵਾਰੀ ਕਹੀਦੀ ਆ ਵੀ ਸਾਡਾ ਸਮਾਜ ਆ ਜਿਹੜਾ ਉਹ ਮਦਦ ਨਹੀਂ ਕਰਦਾ। ਅੱਜ ਸਾਡਾ ਸਮਾਜ ਭੁੱਲ ਗਿਆ ਆਪਣੀਆਂ ਪ੍ਰਾਇੋਰਟੀਜ਼ ਨੂੰ। ਪਰ ਇਸ ਮਹੱਲੇ ਦੇ ਲੋਕ ਆ ਪਿੱਛੇ ਖੜੇ ਨੇ, ਬਾਈ ਜੀ ਹੁਣੀ, ਭੈਣ ਜੀ ਹੁਣੀ, ਇਹ ਭੈਣ ਜੀ ਬਹੁਤ ਸੇਵਾ ਕੀਤੀ ਹੈ ਇਹਨਾਂ ਨੇ, ਜਿੰਨੀ ਵੀ ਕਰ ਸਕੀ। ਇਹ ਬਹੁਤ ਧੰਨਵਾਦ। ਕੀ ਨਾਂ ਜੀ ਤੁਹਾਡਾ ਭੈਣੇ? ਕਵਲਜੀਤ ਕੌਰ। ਭੈਣੇ ਬਹੁਤ ਧੰਨਵਾਦ ਤੇਰਾ, ਬਹੁਤ ਜ਼ਿਆਦਾ ਧੰਨਵਾਦ। ਵੀ ਜੇ ਕਹਿੰਦੇ ਵੀ ਅੱਜ ਇਸ ਦਰਖਤ ਦੇ ਉੱਤੇ 2 ਇਹ ਟਾਹਣੇ ਲੱਗੇ ਹੋਏ ਨੇ, ਉਹਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਦਦ ਆ ਕੀਤੀ ਹੋਈ, ਤਾਂ ਹੀ ਇਹ ਖੜੇ ਨੇ ਹਜੇ ਵੀ ਪੈਰਾਂ ਤੇ ਕੋਈ ਨਾ ਮਾਂ, ਹੁਣ ਫਿਕਰ ਨਹੀਂ ਕਰਨੀ। ਦੇਖੋ, ਇੱਕ ਸਾਡੀ ਬੇਨਤੀ ਆ, ਸਭ ਤੋਂ ਪਹਿਲੀ ਮੈਂ ਅੱਗੇ ਵੀਰੇ ਉਹਨਾਂ ਨੇ ਵੀ ਰਾਜ ਕਰਦਾ ਆਇਆ। ਸਾਡੀ ਸੁਸਾਇਟੀ ਦਾ ਇੱਕ ਰੂਲ ਆ ਜੀ, ਅਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਕਲੇਮ ਕਰਦੇ। ਜਿਹੜਾ ਤੁਹਾਡਾ ਇਹ ਘਰ ਆ, ਇਹ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਵਾਰਸਾਂ ਨੂੰ ਮਿਲੇ। ਅਸੀਂ ਜਿੰਨਾ ਟਾਈਮ ਤੁਸੀਂ ਹੈਗੇ ਹੋ ਇਸ ਧਰਤੀ ਤੇ, ਜਿੰਨਾ ਟਾਈਮ ਅਸੀਂ ਆ, ਸਾਡੀ ਜ਼ਿੰਦਗੀ 'ਚ ਸਵਾਸ ਆ, ਅਸੀਂ ਤੁਹਾਡੀ ਬੱਚਿਆਂ ਵਾਂਗ ਸੇਵਾ ਕਰਾਂਗੇ। ਤੁਹਾਨੂੰ ਮਾਂ ਉੱਥੇ ਚੰਗਾ ਬਿਸਤਰਾ, ਚੰਗੀ ਰੋਟੀ, ਚੰਗੇ ਕੱਪੜੇ, ਚੰਗੀ ਦਵਾਈ, ਹਸਪੀਟਲ 'ਚ ਐਡਮਿਟ ਕਰਾਵਾਂਗੇ। ਵਾਹਿਗੁਰੂ ਮਿਹਰ ਕਰੇ ਤੁਸੀਂ ਤੁਰਨ ਫਿਰਨ ਜੋਗੇ ਵੀ ਹੋ ਜਾਵੋ। ਕੋਈ ਗੱਲ ਹੀ ਨਹੀਂ ਮਾਂ, ਫਿਰ ਕੀ ਹੋ ਗਿਆ? ਡਾਈਪਰ ਜਿੰਨੇ ਮਰਜ਼ੀ ਡਾਈਪਰ ਲੱਗਣੇ ਨਹੀਂ ਤੈਨੂੰ ਮਾਂ, ਵਾਹਿਗੁਰੂ ਮਿਹਰ ਕਰਨ, ਤੁਸੀਂ ਤੁਰਨ ਲੱਗ ਜਾਵੋ। ਆਪਣੇ ਕੋਲੇ ਫਿਜ਼ੀਓਥੈਰੇਪਿਸਟ ਨੇ ਡਾਕਟਰ, ਜਿਹੜੇ ਤੁਹਾਡੀ ਐਕਸਰਸਾਈਜ਼ ਕਰਾਉਣਗੇ ਜੀ। ਇਹਨਾਂ ਤੁਹਾਡਾ ਵਾਹਿਗੁਰੂ ਮਿਹਰ ਕਰੇ ਤੁਸੀਂ ਵੀਲ ਚੇਅਰ ਤੇ ਬੈਠ ਕੇ ਇੱਧਰ ਉੱਧਰ ਘੁੰਮ ਸਕੋਗੇ, ਹੌਲੀ ਹੌਲੀ ਚੱਲਣ ਲੱਗ ਜਾਓਗੇ। ਤੁਸੀਂ ਫਿਕਰ ਨਾ ਕਰੋ, ਬਾਪੂ ਜੀ ਦੀਆਂ ਅੱਖਾਂ ਉਹ ਅਸੀਂ ਬਣਾਂਗੇ, ਤੁਹਾਡੀ ਲਾਠੀ ਬਣਾਂਗੇ ਅਸੀਂ, ਤੁਸੀਂ ਫਿਕਰ ਨਾ ਕਰੋ। ਛੋਟੀ ਵੀ ਲਿੱਤੀ ਹੈ, ਮੈਂ ਟੁਰ ਕੇ ਅੱਗੇ ਪਿੱਛੇ ਜਾ ਸਕਾਂ। ਪਹਿਲੇ ਫੋਟੋ ਚੱਲਦੇ ਸਨ, ਫੋਟੋ ਚੱਲਦੇ ਸਨ ਪਹਿਲੇ, ਚੱਲਦੇ ਰਹੇ ਤੁਹਾਡੇ ਨਾਲ ਹੀ। ਲੇਕਿਨ ਟਿਕ ਫਿਰ ਫੋਟੋ ਚੱਲਦੇ ਰਹੇ। ਇਹ ਨੇ ਸਰਦਾਰ ਸਰਬਜੀਤ ਸਿੰਘ ਜੀ, ਤੇ ਇਹਨੇ ਸਰਦਾਰਨੀ ਸੁਰਿੰਦਰ ਕੌਰ ਜੀ। ਇਹ ਨੇ ਸਾਡੇ ਅਸਲੀ ਵਾਰਸ, ਇਹ ਨੇ ਸਾਡੀਆਂ। ਉਹ ਵਾਹਿਗੁਰੂ ਨਹੀਂ ਬਾਪੂ ਜੀ, ਇਹੀ ਸਿਖਾਇਆ ਸਾਨੂੰ ਆਹੀ ਚੀਜ਼ ਸਿਖਾਈ ਆ, ਸਬਰ ਤੇ ਸੰਤੋਖ। ਬਾਪੂ ਜਿੱਥੇ ਆ ਗਿਆ ਨਾ, ਛੱਡ ਜਾਣਾ ਹੈ, ਇਹਦੇ ਵਾਰਿਸ ਕਾਇਮ ਨੇ। ਤੁਹਾਤੋਂ ਵੱਡਾ ਸਬਰ ਦਾ ਇਸ ਟਾਈਮ ਜੇ ਕੋਈ ਦੇਖੀਏ ਕੋਈ ਹੋਵੇ ਤਾਂ ਵੱਡੀ ਤਸਵੀਰ ਆ ਸਬਰ ਦੀ। ਇਹ ਤੁਹਾਡਾ ਦੋਨਾਂ ਦਾ ਰਹਿਣਾ, ਇੱਕ ਦੂਸਰੇ ਦਾ ਸਾਥ ਦੇਣਾ। ਆ ਦੇਖੋ ਮਾਤਾ ਜੀ ਦੇ ਪੈਰਾਂ ਦੀਆਂ ਉਂਗਲਾਂ, ਆ ਮੇਰੇ ਹੱਥ ਦੀ ਤੇ ਪੈਰਾਂ ਦੀ ਸ਼ੇਪ ਇੱਕੋ ਤਰ੍ਹਾਂ ਦੀ ਹੋ ਚੱਲੀ ਹੈ। ਪੈਰਾਂ ਦੇ ਅੰਗੂਠੇ ਕਿੱਧਰ ਨੂੰ ਚਲੇ ਗਏ ਨੇ ਮਾਤਾ ਜੀ ਦੇ। ਤੇ ਇਸ ਤਰ੍ਹਾਂ ਦੇ ਹਾਲਾਤ ਨੇ ਮਾਤਾ ਜੀ ਦੇ ਸਰੀਰਕ ਤੌਰ ਤੇ। ਫਿਰ ਵੀ ਬਾਪੂ ਜੀ ਚਾਹੇ ਬਲਾਈਂਡ ਨੇ, ਦੇਖ ਨਹੀਂ ਪਾਉਂਦੇ। ਬਚਪਨ ਤੋਂ ਹੀ ਨਿਗਾਹ ਘੱਟ ਸੀ, ਹੌਲੀ ਹੌਲੀ ਘਟਦੀ ਨਿਗਾਹ ਅੱਗੇ ਦੀ ਅੱਗੇ ਘਟਦੀ ਗਈ ਤੇ ਖਤਮ ਹੋ ਗਈ ਨਿਗਾਹ। ਅੱਜ ਤੋਂ ਕਰੀਬ 20 ਸਾਲ ਪਹਿਲਾਂ ਬਾਪੂ ਜੀ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਆ ਨਾ, ਉਹ ਖਤਮ ਹੋ ਗਈ ਸੀ। ਤੇ 20 ਸਾਲ ਤੋਂ ਬਾਪੂ ਜੀ ਦੱਸਦੇ ਆ, ਫਿਰ ਵੀ ਬਾਪੂ ਜੀ ਕਹਿੰਦੇ ਮੈਂ ਕੰਮ ਕਰਦਾ ਰਿਹਾ। ਪੈਸੇ ਮਸ਼ੀਨ ਸੀ ਜਿਹੜੀ ਹੁੰਦੀ ਸੀ STD ਮਸ਼ੀਨ, PCO, ਉਹ ਚਲਾਉਂਦੇ ਸੀ। ਬਿਨਾਂ ਦੇਖਿਆ ਪੈਸੇ ਗਿਣ ਦਿੰਦਾ ਸੀ। ਬਾਪੂ ਕਹਿੰਦਾ ਮੈਂ ਉਹਦੀ ਆਵਾਜ਼ ਤੋਂ ਅੰਦਾਜ਼ਾ ਲਾ ਕੇ ਵੀ ਕਿੰਨੇ ਪੈਸੇ ਬਣੇ ਆ। ਤੇ ਆਪਣੀ ਜੀਵਿਕਾ ਜਿਉਣ ਲਈ, ਆਪਣੀ ਦਿਨਚਰਿਆ ਨੂੰ ਹੰਡਾਉਣ ਲਈ ਫਿਰ ਵੀ ਕਿਰਤ ਕਰਦੇ ਰਹੇ। ਮਾਤਾ ਜੀ ਤੁਰੇ ਫਿਰਦੇ ਸੀ ਵਧੀਆ, ਇਹ ਪ੍ਰਸ਼ਾਦਾ ਪਾਣੀ ਤਿਆਰ ਕਰ ਦਿੰਦੇ ਸੀ, ਨਾਲ ਘਰ ਦਾ ਦੋਨਾਂ ਦਾ ਸਹਾਰਾ ਬਣੇ ਹੋਏ ਸੀ, ਇੱਕ ਦੂਸਰੇ ਦਾ ਵਧੀਆ ਜੀਵਨ ਬਤੀਤ ਹੁੰਦਾ ਸੀਗਾ। ਬਾਪੂ ਜੀ ਦੱਸਦੇ ਆ ਵੀ ਜਦੋਂ ਪੰਜਾਬ 'ਚ ਮੈਂ 88 'ਚ ਆਇਆ, ਆ ਕੇ PCO ਲਗਾਇਆ। ਇਹ ਜਿਹੜੀ ਕਲੋਨੀ ਜਿੱਥੇ ਅਸੀਂ ਖੜੇ ਆ, ਇਹ ਵਿਡੋ ਕਲੋਨੀ ਦੇ ਨਾਂ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਲੋਨੀਆਂ ਬਣੀਆਂ। ਇਹ ਸਾਡੇ ਲੁਧਿਆਣੇ ਵੀ ਆ, ਦੁੱਗਰੀ,
ਉੱਥੇ ਵੀ ਇਹ ਫਲੈਟਸ ਨੇ ਇਦਾਂ ਦੇ LIG HIG ਫਲੈਟਸ ਨੇ, ਇਹ ਪੁੱਡਾ ਦੇ ਇਹ ਪੁੱਡਾ ਦੇ ਆ, ਹਨਾ। ਤਾਂ ਫਿਰ ਇਹ ਅੱਜ ਇਹ ਕਲੋਨੀਆਂ ਦੇ ਵਿੱਚ ਬਹੁਤ ਸਾਰੇ ਚੰਗੇ ਸੰਪੰਨ ਪਰਿਵਾਰ ਰਹਿੰਦੇ ਨੇ। ਉਸ ਟਾਈਮ ਬਾਪੂ ਜੀ ਉਹਨਾਂ ਨੇ ਆ ਕੇ ਇਹ ਘਰ ਖਰੀਦਿਆ, ਇੱਥੇ STD ਖੋਲੀ, PCO ਖੋਲਿਆ। ਬਾਪੂ ਜੀ ਦੱਸਦੇ ਉਸ ਟਾਈਮ ਚੰਗਾ ਵਧੀਆ 4 ਪੈਸੇ ਵੀ ਮੈਂ ਕਮਾਏ, ਕਿਰਤ ਕਰਦੇ ਸੀ ਦੋਨੋਂ ਜਾਣੇ, ਵਧੀਆ 4 ਪੈਸੇ ਕਮਾਉਂਦੇ ਸੀ। ਉਸ ਤੋਂ ਬਾਅਦ ਜਦੋਂ ਇੱਕਦਮ ਸਪਾਈਸ ਕੰਪਨੀ ਲਾਂਚ ਹੋਈ ਪੰਜਾਬ ਦੇ ਵਿੱਚ ਆ ਕੇ, ਤਾਂ ਮੋਬਾਈਲ ਆ ਗਏ ਲੋਕਾਂ ਦੇ ਹੱਥਾਂ ਦੇ ਵਿੱਚ। ਫਿਰ ਅੰਬਾਨੀ ਨੇ ਆ ਕੇ ਕਹਿਤਾ ਕਰ ਲਓ ਦੁਨੀਆ ਮੁੱਠੀ 'ਚ। ਫਿਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜੀਵਿਕਾ STD PCO ਸੀਗਾ ਉਹ ਖਤਮ ਹੋ ਗਿਆ। ਉਹ ਪਈਆਂ ਮਸ਼ੀਨਾਂ ਤੇ ਮਿੱਟੀ ਪੈਣ ਲੱਗ ਗਈ। 20 ਰੁਪਈਆ ਇੱਕਦਮ ਹੀ ਖਤਮ ਹੋ ਗਿਆ, ਸਭ ਕੁਝ ਬਚਣਾ ਬੰਦ ਹੋ ਗਿਆ। ਤਾਂ ਫਿਰ ਪਹਿਲਾਂ ਹੀ ਇੱਕ ਤਾਂ ਵਕਤ ਦੀ ਮਾਰ ਚੱਲ ਰਿਹਾ ਸੀ ਪਰਿਵਾਰ, ਬਾਪੂ ਜੀ ਦੀ ਅੱਖਾਂ ਦੀ ਲਾਈਟ ਹੈ ਨਹੀਂ ਸੀਗੀ ਲੰਬੇ ਸਮੇਂ ਤੋਂ। ਫਿਰ ਇਸੇ ਤਰ੍ਹਾਂ ਹੀ ਕੁਝ ਜਿਹੜੀ ਜਮ੍ਹਾਂ ਪੂੰਜੀ ਬਚੀ ਹੋਈ ਸੀਗੀ ਉਹਦੇ ਨਾਲ ਆਪਣਾ ਜੀਵਨ ਬਸਰ ਕਰਨਾ ਸ਼ੁਰੂ ਕੀਤਾ। ਪਰ ਅੱਜ ਇਸ ਪਰਿਵਾਰ ਦੇ ਵਿੱਚ ਨਾ ਤਾਂ ਕੋਈ ਕਮਾਈ ਦਾ ਸਾਧਨ, ਨਾ ਕੋਈ ਸਪੋਰਟ ਆ, ਕਿਉਂਕਿ ਫੈਮਲੀਆਂ ਦੇ ਵਿੱਚ ਵੀ ਕੋਈ ਬੱਚਿਆ ਨਹੀਂ। ਮਾਤਾ ਜੀ ਦਾ ਪੇਕਾ ਪਰਿਵਾਰ ਸੀ ਜਿਹੜਾ 2 ਭਰਾ ਸੀ, ਉਹ ਵੀ ਇਸ ਦੁਨੀਆ ਤੋਂ ਚੱਲ ਵਸੇ, ਮਾਂ-ਬਾਪ ਵੀ ਚੱਲ ਵਸੇ। ਉਹਨਾਂ ਨੇ ਅੱਗੇ ਵਿਆਹ ਵੀ ਨਹੀਂ ਸੀ ਹੋਏ, ਸ਼ਰਾਬੀ ਕਬਾਬੀ ਸੀ। ਬੇਬੇ ਕਹਿੰਦੀ ਉਹਨਾਂ ਦੇ ਵਿਆਹ ਨਹੀਂ ਹੋਏ, ਉਹਨਾਂ ਦੇ ਬੱਚੇ ਵੀ ਨਹੀਂ ਕੋਈ। ਫਿਰ ਬਾਪੂ ਜੀ ਦਾ ਪਰਿਵਾਰ ਆ ਜਿਹੜਾ, ਬਾਪੂ ਜੀ ਦੱਸਦੇ ਨੇ ਆ ਕਰੋਨਾ ਦੇ ਸਿਸਟਮ ਦੇ ਵਿੱਚ ਇਹਨਾਂ ਦਾ ਜਿਹੜਾ ਬ੍ਰਦਰ ਸੀ ਲੁਧਿਆਣੇ ਰਹਿੰਦੇ ਸੀ ਤੇ ਦਿੱਲੀ ਸ਼ਿਫਟ ਹੋ ਗਏ। ਉੱਥੇ ਜਾ ਕੇ ਕੋਵਿਡ ਹੋ ਗਿਆ। ਭਰਾ ਦੀ, ਮਾਂ ਦੀ, ਬਾਪ ਦੀ, ਤਿੰਨਾਂ ਦੀ ਕਰੋਨਾ ਦੇ ਵਿੱਚ ਮੌਤ ਹੋ ਗਈ। ਤੇ ਹੁਣ ਭਤੀਜੇ ਆ, ਉਹ ਆਪਦਾ ਚਲੋ ਦੇਖੋ ਹਰ ਬੰਦਾ ਆਪਣੀ ਕਿਰਤ ਕਰਦਾ। ਹੁਣ ਦਿੱਲੀ ਰਹਿੰਦੇ ਨੇ, ਉਹ ਕਿਰਤ ਕਰਦੇ ਸਮੇਂ ਕਿੰਨਾ ਕੁ ਟਾਈਮ ਕੱਢ ਸਕਦੇ ਆ, ਫਿਰ ਵੀ ਚਲੋ ਇਹਨਾਂ ਕੋਲੇ ਆਉਂਦੇ ਆ। ਜਿਹੜਾ ਅੱਜ ਇਹਨਾਂ ਨੂੰ ਕਹਿਣ ਨੂੰ ਤਾਂ ਹੈ ਨਾ ਕੋਈ ਮੇਰਾ ਹੈਗਾ। ਰੋ ਨਾ ਮਾਂ, ਰੋ ਨਾ ਮੇਰੀ ਮਾਂ, ਰੋ ਨਾ, ਰੋ ਨਾ। ਕੀ ਹੋਇਆ ਦੱਸ, ਕੀ ਹੋ ਗਿਆ ਮੇਰੀ ਮਾਂ ਨੂੰ? ਅਸੀਂ ਤੇਰੇ ਪੁੱਤ ਆ ਮਾਂ, ਤੂੰ ਫਿਕਰ ਨਾ ਕਰ। ਮੇਰਾ ਨਾਂ ਗੁਰਪ੍ਰੀਤ ਆ। ਅੱਜ ਗੁਰਪ੍ਰੀਤ ਤੇਰਾ ਪੁੱਤ ਆ, ਸਤਨਾਮ ਪੁੱਤ ਆਇਆ, ਤੇਰਾ ਅਰਮਾਨ ਪੁੱਤ ਆਇਆ, ਤੇਰੇ ਸਾਰੇ ਅਸੀਂ ਪੁੱਤ ਆ ਮਾਂ। ਸਾਡੇ ਨਾਲ ਇੰਦਰਮੀਤ ਸਿੰਘ ਆ, ਜਗਦੀਪ ਵੀਰਾ ਵਾ, ਸਾਰੇ ਰਾਣੀ ਭੈਣ ਹੋਣੀ, ਸਾਰੇ ਤੇਰੇ ਪੁੱਤਾਂ ਸੀ। मैंने कभी किसी दवा से दिया, किसी ने नहीं किया, मैंने कभी कुछ दिया। ਹੁਣ ਵੀ ਮਾਂ ਤੂੰ ਕਿਸੇ ਤੋਂ ਮੰਗ ਥੋੜੀ ਗਈ ਆ, ਹੁਣ ਵੀ ਵਾਹਿਗੁਰੂ ਨੇ ਭੇਜਿਆ ਸਾਨੂੰ, ਤੁਸੀਂ ਸੱਦਿਆ ਸਾਨੂੰ, ਤੁਸੀਂ ਕਿਸੇ ਮੂਹਰੇ ਕੁਝ ਕਿਹਾ? ਇਹ ਤੁਹਾਨੂੰ ਪ੍ਰਮਾਤਮਾ ਨੇ ਸਾਡੀ ਡਿਊਟੀ ਲਾਈ ਹੈ ਤੁਹਾਡੀ ਸੇਵਾ ਦੀ। ਠੀਕ ਆ ਮਾਂ? ਤੁਸੀਂ ਕਿਹਾ ਸੀ ਨਾ ਮੈਨੂੰ ਵੀ ਗੁਰੂ ਦਾ ਪਿਆਰਾ ਆਏਗਾ, ਆਪੀ ਕੋਈ ਭੇਜੇਗਾ ਗੁਰੂ, ਉਹ ਭੇਜਿਆ ਇਹਨਾਂ ਨੂੰ। ਫਿਰ ਆਪਾਂ ਰੋਣਾ ਕਿਉਂ ਹੈ? ਸਾਨੂੰ ਗੁਰੂ ਨੇ ਭੇਜਿਆ, ਵਾਹਿਗੁਰੂ ਸੱਚੇ ਪਾਤਸ਼ਾਹ। ਵੀ ਗੁਰੂ ਦਾ ਬੰਦਾ ਕੋਈ ਆਏਗਾ, ਗੁਰੂ ਤੇ ਭੇਜੇਗਾ, ਆ ਗੁਰੂ ਨੇ ਭੇਜੇ ਨਾ। ਫਿਰ ਅੱਜ ਕਿੰਨੀ ਤਰੀਕ ਆ ਮਾਂ, ਪਤਾ ਤੈਨੂੰ? ਫਿਰ ਸ਼ੁਕਰਾਨਾ ਕਰਨਾ ਬਣਦਾ ਆਪਾਂ ਗੁਰੂ ਹੈ ਮਾਂ? ਅੱਜ ਕਿੰਨੀ ਤਰੀਕ ਆ ਪਤਾ? तरीका ਹੂੰ, आज पता 27 है, 27 ਤਰੀਕ ਆ। 27 तरीका छोटे भी हम जाने ना गुरपुरब, ਹਾਂ, ਉਹਨਾਂ ਦਾ ਅੱਜ ਛੋਟੇ ਸਾਹਿਬਜ਼ਾਦਿਆਂ ਦਾ गुरपुरब ਅੱਜ ਦੇ ਦਿਨ ਉਹਨਾਂ ਨੂੰ शहीदी हुई सी। ਅੱਜ ਸੂਬਾ ਸਰਹੰਦ 'ਚ ਇਸ ਵੇਲੇ ਖੜ ਕੇ ਉਹ ਜਕਾਰੇ ਲਾ ਰਹੇ ਸੀ। ਸੂਬੇ ਨੂੰ ਐ ਸੀ ਵੀ ਖਨੀਏ ਉਈਨ ਮੰਨ ਲੈਣਗੇ, ਮੰਨ ਜਾਣਗੇ। ਮਾਂ ਤੁਸੀਂ ਉਹਨਾਂ ਦੇ ਵਾਰਸ ਹੋ, ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਦੇ ਵਾਰਸ ਨੇ। ਅਸੀਂ ਤਾਂ ਮਾਂ ਕਲਯੁਗੀ ਬੰਦਿਆਂ ਨੂੰ परमात्मा का कोई नहीं हो सकता, जिन्हें मेरी सेवा करते हैं, हर चीज का ध्यान रखते हैं। पता नहीं उन्हें बच्चियां की समाधि नवाई हुई है, वो बच्चे इन्होंने सपोर्ट करते हैं कि परमात्मा इस बच्चे को दुश्मन बख्शी रखी, नहीं तो वो दुनिया देखती है किਵੇਂ ਰੁਲਦੇ ਪਏ ਹੈਗੇ ਨੇ। ਮੇਰਾ ਮੇਰੀ ਵੀ ਸੇਵਾ ਕਰਦਾ, ਡੱਡੀ ਪਿਸ਼ਾਬ ਚੁੱਕਦੇ। ਮਾਂ ਕੋਈ ਨਹੀਂ ਕਰਦਾ, ਉਹ ਵਾਹਿਗੁਰੂ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਸ ਕਾਬਲ ਰੱਖਿਆ ਵੀ ਉਹ ਚੱਕ ਪਾ ਰਹੇ ਨੇ। ਠੀਕ ਹੈ ਨਾ? ਉਹਨਾਂ ਦੇ ਸਰੀਰ 'ਚ ਵਾਹਿਗੁਰੂ ਨੇ ਤਾਕਤ ਬਖਸ਼ੀ ਆ, ਤਾਂ ਹੀ ਕਰ ਪਾ ਰਹੇ ਨੇ। ਉਹਨਾਂ ਨੂੰ ਵੀ ਬਿਮਾਰੀਆਂ ਲੱਗੀਆਂ ਹੋਈਆਂ। ਕੋਈ ਨਾ, ਹੁਣ ਆਪਾਂ ਸਾਰਾ ਠੀਕ ਕਰਾਵਾਂਗੇ। ਰਿਸ਼ਤਾ ਹੀ ਐਸਾ ਹੁੰਦਾ, ਇੱਕ ਦੂਜੇ ਦੀ ਸੇਵਾ ਕਰਨੀ ਕਰਨੀ ਹੈ ਜਿਹਨੂੰ ਲੋੜ ਹੈ। ਜਿਹੜੀਆਂ 4 ਲਾਵਾਂ ਦੇ ਵਿੱਚ ਕੀ ਆ, ਆਹੀ ਇਹ ਵਾਅਦਾ, ਆਹੀ ਪ੍ਰੋਮਿਸ ਹੈ ਇੱਕ ਦੂਸਰੇ ਨਾਲ ਕੀਤਾ ਹੋਇਆ ਜਿਹੜਾ ਤੁਸੀਂ ਨਿਭਾ ਰਹੇ ਹੋ ਮਾਂ। 4 ਲਾਵਾਂ ਦੇ ਵਿੱਚ ਹੈ ਮਾਂ, ਇਹੀ ਸੀ ਨਾ। ਬਾਪੂ ਜੀ ਉਹਨੂੰ ਨਿਭਾ ਰਹੇ ਆ, ਫਿਕਰ ਨਾ ਕਰ। ਹੁਣ ਅਗਲਾ ਵੀ ਜੀਵਨ ਤੁਹਾਡਾ ਚੰਗਾ ਹੋਊਗਾ। ਜੇ ਤੁਸੀਂ ਮਾੜਾ ਨਹੀਂ ਸੀ ਕਿਸੇ ਦਾ ਕੀਤਾ ਨਾ,
ਤਾਂ ਪ੍ਰਮਾਤਮਾ ਨੇ ਤੁਹਾਨੂੰ, ਸੱਚੇ ਪਾਤਸ਼ਾਹ ਨੇ ਫਿਰ ਵੀ ਇੰਨੀ ਹਿੰਮਤ ਬਖਸ਼ੀ, ਤੁਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਹੋ। ਤੇ ਹੁਣ ਅਗਲਾ ਸਾਡੀ ਜ਼ਿੰਮੇਵਾਰੀ ਲਾਈ ਹੈ, ਸਾਡੀ ਡਿਊਟੀ ਲਾਈ ਹੈ ਬਾਬਾ ਜੀ ਨੇ। ਅਸੀਂ ਤੁਹਾਨੂੰ ਆਪਣੇ ਮਾਂ-ਬਾਪ ਸਮਝ ਕੇ ਨਾਲ ਲੈ ਕੇ ਜਾ ਰਹੇ ਹਾਂ। ਠੀਕ ਆ ਮਾਂ? ਹਾਂ, ਫਿਕਰ ਨਹੀਂ ਕਰਨਾ ਮਾਂ। ਤੇ ਬਸ ਬੇਨਤੀ ਹੈ ਜੀ ਸਾਰਿਆਂ ਨੂੰ, ਭੈਣ ਭਰਾਵਾਂ ਨੂੰ, ਅਸੀਂ ਇਹ ਵੀਡੀਓ ਪਾਉਣ ਦਾ ਮੋਟਿਵ ਸਾਡਾ ਇਹ ਨਹੀਂ ਵੀ ਅਸੀਂ ਕੁਝ ਕਿਸੇ ਨੂੰ ਕਹਿ ਰਹੇ ਹਾਂ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ। ਬਸ ਅਰਦਾਸ ਕਰਿਓ ਵੀ ਅਸੀਂ ਇਹਨਾਂ ਦੇ ਬੱਚੇ ਬਣ ਸਕੀਏ, ਇਸ ਬਜ਼ੁਰਗ ਬਾਪੂ ਸਰਬਜੀਤ ਸਿੰਘ ਤੇ ਮਾਤਾ ਜੀ ਦੇ ਅਸੀਂ ਪੁੱਤ ਬਣ ਸਕੀਏ। ਇਹਨਾਂ ਦਾ ਜਿਹੜਾ ਆਉਣ ਵਾਲਾ ਜੀਵਨ ਆ ਉਹ ਤੰਦਰੁਸਤੀ ਭਰਿਆ ਹੋਵੇ, ਥੋੜਾ ਸਕੂਨ ਭਰਿਆ ਹੋਵੇ, ਤੇ ਥੋੜਾ ਜਿਹੜਾ ਇਹ ਸਬਰ ਤੇ ਸੰਤੋਖ ਨਾਲ ਰਹਿ ਰਹੇ ਆ ਨਾ, ਇਸ ਤੋਂ ਵੱਡੀ ਮਿਸਾਲ ਨਹੀਂ ਹੋ ਸਕਦੀ ਸਬਰ ਦੀ ਤੇ ਸੰਤੋਖ ਦੀ। ਇਸ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇੱਕ ਦੂਸਰੇ ਦੇ ਪ੍ਰਤੀ ਕੋਈ ਨਿਸ਼ਠਾ ਰੱਖ ਸਕਦਾ ਜਿੰਨੀ ਇਹ ਬਜ਼ੁਰਗ ਜੋੜੇ ਨੇ ਇੱਕ ਦੂਸਰੇ ਦੇ ਪ੍ਰਤੀ ਇੰਨੀ ਭਾਵਨਾ, ਇੰਨੀ ਨਿਸ਼ਠਾ ਨਾਲ ਸੇਵਾ ਕਰ ਰਹੇ ਨੇ। ਇਸ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਕੇ ਦੋਨੋਂ ਜਾਣੇ ਇੱਕ ਦੂਸਰੇ ਦੇ ਸਾਹਾਂ ਦੇ ਸਾਹ, ਇੱਕ ਦੂਸਰੇ ਦੇ ਸਾਹ ਬਣੇ ਹੋਏ ਨੇ। ਕਿਉਂਕਿ ਜੇ ਮਾਤਾ ਜੀ ਦੇ ਵਿੱਚ, ਬਾਪੂ ਜੀ ਦੇ ਵਿੱਚ ਉਸ ਆਪਣੀ ਧਰਮ ਪਤਨੀ ਦੇ ਸਵਾਸ ਨੇ, ਇੱਕ ਦੂਸਰੇ ਦੀ ਉਸ ਸਵਾਸਾਂ ਦੀ ਡੋਰ ਨੂੰ ਖਿੱਚੀ ਜਾਂਦੇ ਨੇ ਤੇ ਜੀ ਜਾਂਦੇ ਨੇ। ਆਸ-ਪਾਸ ਦੇ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਫਰਜ਼ ਅਦਾ ਕੀਤਾ, ਇਸ ਘਰ ਦੇ ਵਿੱਚ ਜੇ ਦੋ ਇਸ ਤਰ੍ਹਾਂ ਦੇ ਡਿਸੇਬਲ ਪਰਸਨ ਰਹਿੰਦੇ ਹੋਣ, ਉਸ ਘਰ 'ਚ ਸਾਫ਼ ਸਫਾਈ ਵੀ ਆ, ਉਸ ਘਰ ਦੇ ਵਿੱਚ ਮਾਤਾ ਜੀ ਦੇ ਸਾਫ਼ ਕੱਪੜੇ ਵੀ ਪਾਏ ਹੋਏ ਨੇ। ਅੱਗੋਂ ਵੀ ਕਮਰੇ ਹੈਗੇ ਜੀ, ਅੱਗੋਂ ਇੱਧਰ ਆ ਜਿਹੜਾ ਆਪਾਂ ਨਾਲ ਆਏ ਆ, 2 ਰੂਮ ਆ, ਉਧਰਲੇ ਕਿਚਨ ਉਧਰ ਨੇ ਹੈ। ਅੱਛਾ, ਵਾਸ਼ਰੂਮ ਵੀ ਫਿਰ ਮਾਤਾ ਜੀ ਨੂੰ ਵਾਸ਼ਰੂਮ ਵਗੈਰਾ ਫਿਰ ਇੱਥੇ ਹੀ ਕਰਾ ਦਿੰਦੇ ਹੋ? ਠੀਕ ਆ ਜੀ, ਠੀਕ ਆ। ਤੁਹਾਨੂੰ ਯਾਨੀ ਕਿ ਇਸ ਘਰ ਦੀ ਹਰ ਚੀਜ਼ ਦਾ ਪਤਾ, ਕਿਹੜੀ ਕਿੱਥੇ ਪਈ ਹੈ, ਕਿਹੜੀ ਕਿੱਥੇ ਪਈ ਹੈ? ਹਾਂ, ਤੁਸੀਂ, ਤੁਹਾਨੂੰ ਪਤਾ ਵਾ। ਠੀਕ ਆ ਜੀ, ਠੀਕ ਆ। ਅੱਛਾ, ਤੁਸੀਂ ਸੁੱਕਣੇ ਪਾ ਕੇ ਆਉਂਦੇ ਉੱਪਰ ਜਾ ਕੇ? ਵਾਹ ਜੀ ਵਾਹ, ਧੰਨਾ ਬਾਪੂ ਜੀ ਜੀ। ਤੁਹਾਡਾ ਜੀਵਨ ਕਈ ਹਜ਼ਾਰ ਬੱਚੀਆਂ ਹਨ, ਸਾਨੂੰ ਤੇ ਕਿਰਪਾ ਵਾਲੇ ਦੀ। ਇਹ ਵਾਹਿਗੁਰੂ। ਪਰ ਬਾਪੂ ਜੀ ਇਹ ਕਹਿਣਾ ਸਾਰੇ ਜਾਣਦੇ ਨੇ, ਪਰ ਇਹਨੂੰ ਹੰਡਾਉਣਾ ਬਹੁਤ ਘੱਟ ਲੋਕ ਨੇ। ਤੁਸੀਂ ਇਸ ਚੀਜ਼ ਨੂੰ ਹੰਡਾ ਰਹੇ ਹੋ ਤੇ ਇਹ ਵੱਡੀ ਗੱਲ ਆ ਜੀ। ਤੇ ਉਹ ਵੀ ਮੁਸਕਰਾ ਕੇ, ਉਹ ਵੀ ਖੁਸ਼ ਹੋ ਕੇ ਤੁਸੀਂ ਇਸ ਚੀਜ਼ ਨੂੰ ਹੰਡਾ ਰਹੇ ਹੋ। ਪਰਮਾਤਮਾ ਤੁਹਾਨੂੰ ਹੋਰ ਬਲ ਦੇਵੇ, ਹੋਰ ਹਿੰਮਤ ਦੇਵੇ। ਹੋਰ ਵੀ ਜਿਹੜੀਆਂ ਰਿਪੋਰਟਸ ਨੇ ਨਾ ਆਂਟੀ ਦੀਆਂ, ਉਹ ਲੈ ਉਹ ਵੀ ਕੱਢ ਦੋ ਜੀ, ਦਿਖਾ ਦੋ। ਇਹਦੇ ਵਿੱਚ ਹੀ ਆ ਕੋਈ? ਮੈਂ ਕੱਢ ਲਵਾਂ? ਕੱਢ ਲਓ, ਕੱਢ ਲਓ। ਇਹ ਪਹਿਲੇ ਇਹ ਸਿਰੇ ਤੇ ਨਾ ਪਿੱਛੇ ਵਾਸਤੇ ਨਾਲ ਰਿਪੋਰਟ ਡਾਕਟਰ ਰਿਪੋਰਟ ਬਣ ਰਹੀ ਹੈ ਅਗਰਵਾਲ ਦੀ। ਹਾਂਜੀ, ਇਹੀ ਹੈ ਇਹ ਥੋੜੇ ਨਾ ਪਹਿਲੇ ਲੈਕਚਰਿੰਗ ਨੂੰ ਦਿਖਾਉਣਾ ਹੈ ਵੀਰ ਜੀ, ਇਹੀ ਹੈ ਅਗਰਵਾਲ ਦੀਆਂ, ਜਿੱਥੇ ਅਸੀਂ ਲੈ ਕੇ ਗਏ ਸੀ। ਜੇ ਹਮਾਰੇ ਵੀ ਨਾਲ ਹੈ, ਹਮਾਰੇ ਵੀ ਹਾਂਜੀ ਹਾਂਜੀ, ਮਿਲ ਗਿਆ, ਮਿਲ ਗਿਆ। ਆ ਜਿਹੜੀ ਕਿ ਢੂਈ ਦਾ ਜਿਹੜਾ ਐਕਸਰਾ ਕਰਾਇਆ ਸੀ ਉਹ ਦੇ ਦਿਓ, ਉਹ ਨਹੀਂ ਹੈਗਾ, ਇਹ 'ਚ MRI ਹੋਈ ਆ। ਹਾਂ, ਉਹ ਦੇ ਦਿਓ। ਨਾਲ ਚਲੇ ਜਾ ਕਾਕਾ, ਛੱਡਦੇ ਆਪੇ ਲੰਘ ਜਾਣਾ ਧੀਰੇ। ਦੇਖੋ, ਇੱਕ ਅੱਖਾਂ ਤੋਂ ਬਲਾਈਂਡ ਪਰਸਨ ਕਿਸ ਤਰ੍ਹਾਂ ਦੇ ਨਾਲ ਆਪਣੀ ਇੱਕ ਜੀਵਿਕਾ ਬਤੀਤ ਕਰਦੇ ਨੇ। ਆਂਟੀ ਜੀ ਉਧਰ ਪੈਂਦੇ ਨੇ, ਤੁਸੀਂ ਇੱਧਰ ਪੈ ਜਾਂਦੇ ਹੋ? ਜੀ, ਅੱਛਾ ਜੀ। ਲੇਕਿਨ ਜਿਹੜੇ ਸਾਡੇ ਨੂੰ ਕਹਿੰਦਾ ਹੁਣ ਸਾਡੇ ਗਿਰੇ ਨੇ ਚਲੋ ਜੀ, ਇਹ ਚੀਜ਼ ਨੂੰ ਆਣਾ ਨਾ ਬਿਠਾ ਕਰਾਣਾ ਜੀ, ਵੀ ਜੇ ਡਿੱਗੇ ਨਾ ਸਿਰ ਪਾਟ ਪੈ ਗਿਆ। ਓਕੇ, ਇਹ ਟਾਂਕੇ ਲੱਗੇ ਰਹਿੰਦੇ, ਫਿਰ ਸਾਰੇ ਦੇ ਲੈ ਗਏ ਇਹਨਾਂ ਨੂੰ ਜੀ। ਨਾਲ ਕਹਿੰਦਾ ਵੀ ਉਹ ਖੁੱਲਾ ਹੋਵੇ, ਆਣ ਜਾਣ ਨਹੀਂ, ਮੈਂ ਉੱਥੇ ਪਹੁੰਚਦਾ ਫਿਰ। ਜੀ ਜੀ ਜੀ। ਇਹ ਵਾਸ਼ਰੂਮ ਹਨ ਜਿੱਥੇ ਆਂਟੀ ਜੀ ਡਿੱਗ ਪਏ ਸੀਗੇ। ਇਹ ਉਹ ਵਾਸ਼ਰੂਮ ਆ। ਕਿਉਂਕਿ ਜਦੋਂ ਦਾ ਮਕਾਨ ਲਿਆ ਉਸ ਤੋਂ ਬਾਅਦ ਕੋਈ ਰਿਪੇਅਰ ਨਹੀਂ ਕਰ ਸਕੇ। ਹਾਂ, ਪੈਸੇ ਨਹੀਂ ਸੀ, ਕਿਉਂਕਿ ਇੱਥੇ ਅੰਕਲ ਜੀ ਕਹਿੰਦੇ ਵੀ ਮੈਂ ਆਪ ਸਬਜ਼ੀ ਬਣਾਉਣਾ
ਹਰ ਰੋਜ਼ ਦਾਲ ਸਬਜ਼ੀ ਆਪ ਬਣਾਉਂਦੇ ਨੇ, ਭਾਂਡੇ ਆਪ ਧੋਂਦੇ ਨੇ। ਇੱਥੇ ਸਾਰੀਆਂ ਚੀਜ਼ਾਂ ਉਦਾਂ ਹੀ ਪਈਆਂ, ਪਰ ਕੁਝ ਚੀਜ਼ਾਂ ਇਦਾਂ ਦੀਆਂ ਜਿਨ੍ਹਾਂ ਨੂੰ ਕਦੇ ਟੱਚ ਹੀ ਨਹੀਂ ਕੀਤਾ ਗਿਆ। ਆਹ ਦੇਖੋ ਇੱਥੇ ਲੂਣ ਮਿਰਚ ਮਸਾਲਾ ਸਾਰਾ ਹਨਾ, ਇਹ ਚੀਜ਼ਾਂ ਰੱਖੀਆਂ ਹੋਈਆਂ ਵਾ, ਕਿਉਂਕਿ ਬੜਾ ਲਿਮਟਿਡ ਜਿਹਾ ਦਾਇਰਾ ਇਹਨਾਂ ਦਾ। ਉਸੇ ਉਨੇ ਕੇ ਸਿਸਟਮ ਦੇ ਨਾਲ ਰੋਟੀ ਪਾਣੀ ਖਾਣ ਜੋਗਾ ਆਪਦਾ ਕਰ ਲੈਂਦੇ ਨੇ ਦੋਨੋਂ ਜਾਣੇ। ਤੇ ਪਰ ਹੁਣ ਪਿਛਲੇ ਕਰੀਬ 2 ਸਾਲਾਂ ਤੋਂ ਆਂਟੀ ਮੰਜੇ ਤੇ ਪਏ ਨੇ, ਤੇ ਆਹ ਇਹਨਾਂ ਦੇ ਹਰ ਰੋਜ਼ ਦੇ ਜ਼ਿੰਦਗੀ ਦੀਆਂ ਆ ਦੇਖੋ ਆ ਫੁਲਕੇ ਪਏ ਨੇ, ਉਹ ਜਿਹੜੇ ਸ਼ਾਮ ਨੂੰ ਛਕਣੇ ਆ, ਇਹ ਉਹ ਫੁਲਕੇ ਨੇ। ਅੱਜ ਤਾਂ ਮੈਨੂੰ ਲੱਗਦਾ ਸ਼ਾਇਦ ਛਕੇ ਹੀ ਨਹੀਂ ਹੁੰਦੇ, ਜਿਵੇਂ 8 ਦੇ 8 ਹੀ ਪਏ ਨੇ ਪੂਰੇ। ਆ ਚੱਲਦੀ ਹੈ ਤੇ ਆ ਫਰਿੱਜ ਆ ਬਹੁਤ ਪੁਰਾਣੀ, ਕਿਤੇ ਮੈਨੂੰ ਲੱਗਦਾ ਵੀ ਕਿਉਂਕਿ ਦੁੱਧ ਵਗੈਰਾ ਲੈਂਦੇ ਨਹੀਂ ਗੇ ਤੇ ਇਹਨੂੰ ਵਰਤਦੇ ਨਹੀਂ ਗੇ। ਲੱਭਿਆ ਨਹੀਂ ਐਕਸਰੇ? ਨਹੀਂ ਰਹਿਣ ਦੋ ਕੋਈ ਨਾ ਅੰਕਲ, ਰਹਿਣ ਦੋ, ਛੱਡ ਦੋ ਕੋਈ ਨਾ, ਉੱਠੋ ਤੁਸੀਂ। ਹਾਂ ਐਕਸਰੇ ਲੱਭਦੇ ਮੈਂ ਦੇਖ ਲੈਣਾ ਅੰਕਲ, 1 ਮਿੰਟ ਦੇਖਦਾ ਮੈਂ, ਤੁਸੀਂ ਬੈਠੋ, ਉੱਠ ਕੇ ਬੈਠੋ, ਕੋਈ ਨਾ ਕੋਈ ਨਾ। ਅੰਕਲ ਤੁਸੀਂ ਵੀ ਇਹਨਾਂ ਦੇ ਗਵਾਂਢੀ ਹੋਈ ਹੈ ਜੀ? ਮੈਂ ਗਵਾਂਢੀ ਸੀ ਜੀ, ਹੁਣ ਦੂਰ ਚਲੇ ਗਏ, ਉੱਧਰ ਚਲੇ ਗਏ। ਅੱਛਾ ਆਂਟੀ ਆਏ ਨੇੜੇ ਆਪਣੇ ਨਾਲ। ਓਕੇ ਇਹ ਸ਼ਵੀ ਦੇ ਪਾਪਾ ਜੀ ਨੇ ਜਿਹੜੇ, ਕਹਿੰਦੇ ਆਂਟੀ ਕਹਿੰਦੇ ਹੈ ਨਾ? ਠੀਕ ਹੈ ਸੰਜੀਵ ਆਂਟੀ ਦੇ। ਖਰੋਟ ਦੇ ਗਿਆ ਕੋਈ, ਪਰ ਖਾਣ ਦੇ ਜੋਗੇ ਦੰਦ ਹੀ ਨਹੀਂ ਬਚੇ ਗਏ। ਨਹੀਂ ਵੀਰ ਜੀ ਹੈ ਨਹੀਂ ਅੰਦਰ। ਕਿਤੇ ਹੋਰ ਪੁੱਤ ਰੱਖਿਆ ਨਾ ਤੁਸੀਂ? ਹੋਰ ਹੋਣਾ ਐਕਸਰੇ ਲੱਗਦਾ। ਇਹ ਤਾਂ ਕੁਛ ਹੋਰ ਆ। ਅੰਕਲ ਉਹਨਾਂ ਦੀਆਂ ਪੁਰਾਣੀਆਂ ਇਹ ਲਾਈਟ ਕਦੋਂ ਖਰਾਬ ਹੋਈ ਹੈ? ਲਾਈਟ ਇਹ ਆਂਟੀ ਦੀਆਂ ਪੁਰਾਣੀਆਂ ਤਸਵੀਰ ਆ ਕੋਈ। ਇਹ ਅੰਕਲ ਜੀ ਦੀ ਕੋਈ ਪੁਰਾਣੀ ਤਸਵੀਰ ਆ। मॉडर्न लेबोरेटरी मेरी है, मेरी है, ठीक है, मेरी पति कर लो, पति करके ਨਾ ਦੇਖੋ ਆਂਟੀ ਦੀ ਤਸਵੀਰ ਆ ਜੀ। ਅੰਕਲ ਜੀ ਆਹ ਫੜਿਓ ਜੀ, ਇਹਦੇ 'ਚ ਨਾ ਤੁਹਾਡੇ ਆਧਾਰ ਕਾਰਡ ਤੇ ਬੈਂਕ ਦੀਆਂ ਕੁਝ ਕਾਪੀਆਂ ਵਗੈਰਾ ਵਾ। ਹਾਂਜੀ ਇਹ ਥੋੜਾ ਕੋਲੇ ਰੱਖ ਲਿਓ 1 ਮਿੰਟ ਅੰਕਲ, ਆਪਣਾ ਆਧਾਰ ਕਾਰਡ ਵਗੈਰਾ ਦੀ ਕਾਪੀਆਂ ਲੈਣੀਆਂ ਸੀ। ਤੇ ਇਹ ਦੇਖੋ ਜਦੋਂ ਬਿਲਕੁਲ ਠੀਕ ਠਾਕ ਸੀਗੇ ਆਂਟੀ ਜੀ ਦੀਆਂ ਖੜੀ ਦੀਆਂ ਨਾ, ਆਂਟੀ ਦੀ ਕੋਈ ਤਸਵੀਰ ਆ ਇਹ। ਤੇ ਵਾਹਿਗੁਰੂ। ਅੱਛਾ ਜੀ ਲੱਭੀਆਂ ਜੀ ਰਿਪੋਰਟਾਂ ਕੋਈ? ਨਹੀਂ ਚਲੋ ਕੋਈ ਨਾ, ਆ ਜਾਓ ਫਿਰ, ਕੋਈ ਨਾ ਲੱਭਿਆ ਨਹੀਂ ਜੀ ਐਕਸਰੇ ਅੰਕਲ। ਆ ਇਹਦੇ ਤੇ ਦੇਖਿਓ ਜੀ, ਇੱਥੇ ਤਾਂ ਨਹੀਂ ਪਿਆ ਛਾਤੀ ਤੇ ਕੋਈ? ਗੱਡੇ ਦੇਖੋ ਜੀ, ਹੈਗਾ ਜੀ ਕੁਛ, ਹੈਗਾ ਜੀ ਐਕਸਰੇ। ਹੈਗਾ ਜੀ ਹਾਂ, ਉਹੀ ਹੈ ਨਾ। ਹਾਂਜੀ ਹਾਂ, ਇਸ MRI ਹੈ ਜੀ, ਐਕਸਰਾ ਨਹੀਂ ਹੈਗਾ। ਇਹ MRI ਦੀ ਕਾਪੀ ਹੈ ਕੋਈ ਪੁਰਾਣੀ। ਕਿੰਨਾ ਦੀ ਹੈ ਇਹ? ਸਰਬਜੀਤ ਸਿੰਘ ਜੀ ਦੀ ਹੈ, ਇਹਨਾਂ ਦੀ ਹੋਈ ਆ, ਜੋ
ਤੁਸੀਂ ਟਿੱਕੇ ਟੁੱਕੇ ਸੀ ਕਿਤੇ ਢੂਈ ਦੀ MRI ਕਰਾਈ ਸੀ ਕੋਈ? ਲੜਾਈ ਸੀ ਕਿ ਗਿਰੇ ਸਾਂ ਡਿੱਗ ਗਿਆ ਮੈਂ ਸਪਾਈਨ ਦੀ ਹੈਗੀ ਆ, ਸਪਾਈਨ ਦੀ ਆ ਜੀ, ਕਰਵ ਤੇ ਆ, ਇੱਕ ਸਿੱਧੇ ਤੇ ਆ, ਦੋਨਾਂ ਤੇ ਆ ਵਿੱਚ ਹੀ ਪਾ ਦਿਓ। ਠੀਕ ਹੈ ਇਹ ਨਾਲ ਲੈ ਚੱਲਾਂਗੇ ਆਪਾਂ, ਨਾਲ ਲੈ ਲਓ ਰਿਪੋਰਟ। ਇਨਵਰਟਰ ਲੱਗਿਆ ਹੋਇਆ ਇੱਥੇ ਉੱਪਰ ਚੜ ਕੇ ਅੰਕਲ ਜੀ ਕਹਿੰਦੇ ਮੈਂ ਕੱਪੜੇ ਵਗੈਰਾ ਸੁੱਕਣੇ ਪਾ ਕੇ ਆਉਣਾ ਦੁਬਾਰਾ ਜੀ। ਤੇ ਤਾਂ ਚਵਾਰੇ ਦੇ ਵਿੱਚ। ਸਾਰੇ ਕਰ ਲੈਣੇ ਆ ਜੀ। ਤੇ ਆਹ ਦੇਖੋ ਕਿੰਨਾ ਬੜਾ ਡਿਫਿਕਲਟ ਜਿਹਾ ਹੈਗਾ ਇਹ, ਕਿੰਨਾ ਹਨਾ ਮੁਸ਼ਕਿਲ ਆ ਉੱਤੋਂ ਦੀ, ਇੱਥੋਂ ਬਲਾਈਂਡ ਬੰਦੇ ਨੂੰ ਆਉਣਾ, ਪੌੜੀ ਚੜ੍ਹਨੀ ਆ, ਦੇਖੋ 3 ਪੌੜੀਆਂ ਹਨਾ। ਤੇ ਪਰ ਫਿਰ ਵੀ ਇਹ ਸਾਰਾ ਕੁਝ ਕਰ ਰਹੇ ਨੇ ਅੰਕਲ ਜੀ, ਤੇ ਸਾਰਾ ਕੁਝ ਹਨਾ ਨਾ ਹੋਣ ਦੇ ਬਾਵਜੂਦ ਵੀ ਸਬਰ ਨਾਲ ਸੰਤੋਖ। ਇੱਥੇ ਦੇਖੋ ਤਾਂ ਜੀ ਕਿਤੇ ਐਕਸਰੇ ਨਾ, ਐਕਸਰੇ ਤੋਂ ਕੀ ਆਪਾਂ ਨੂੰ ਪਤਾ ਲੱਗ ਸਕਦਾ ਵੀ ਆਂਟੀ ਦੀ ਕੀ ਪ੍ਰੋਬਲਮ ਆ। ਲੱਭਿਆ ਨਹੀਂ ਜੀ ਐਕਸਰਾ ਤੁਹਾਡਾ ਆਂਟੀ। ਤੇ ਚਲੋ ਐਨੀਵੇ ਜੀ, ਹੁਣ ਅਸੀਂ ਆਂਟੀ ਜੀ ਤੁਸੀਂ ਜਾਣਾ ਚਾਹੁੰਦੇ ਹੋ ਸਾਡੇ ਨਾਲ? ਹਾਂਜੀ ਹਾਂ, ਉਹ ਵੀ ਨਾਲ ਜਾਣਗੇ। ਨਾਲੇ ਜਾਣਗੇ ਬਾਹਰ ਉਹਨਾਂ ਨਹੀਂ ਹੈਗਾ। ਰੋ ਨਾ ਮਾਂ, ਰੋ ਨਾ, ਇੰਨਾ ਨਾ ਰੋ ਹੁਣ ਤੂੰ, ਉਹਨਾਂ ਨੂੰ ਜਲਦੀ ਹੁਣ ਫਿਕਰ ਨਾ ਕਰ, ਹੁਣ ਤੁਹਾਡੀ ਸੇਵਾ ਹੋਊਗੀ, ਤੁਹਾਡੀ ਸੰਭਾਲ ਹੋਊਗੀ, ਤੁਹਾਡਾ ਮਾਣ ਸਤਿਕਾਰ ਹੋਊਗਾ, ਤੁਸੀਂ ਫਿਕਰ ਨਾ ਕਰੋ ਜਮਾ। ਉਹਨਾਂ ਨੂੰ ਜਾ ਪਾਣੀ ਆਪਣੀ ਮੇਰੇ ਦਿੱਲੀ ਨੇ ਮੇਰੇ ਉਹ ਜਾ ਪਾਣੀ ਆਪਣੀ ਜਾ ਸਕਦੇ ਦੇਖੀ ਜਿਹੜੇ ਬਣੇ। ਕੋਈ ਨਾ ਮਾਂ, ਉੱਥੇ ਸਭ ਕੁਝ ਮਿਲੂ, ਚਾਹ ਪਾਣੀ ਰੋਟੀ ਪਾਣੀ ਸਭ ਮਿਲੂਗਾ ਤੁਹਾਨੂੰ। ਮੈਂ ਤੁਹਾਨੂੰ ਦੇ ਕੇ ਜਾਣਾ ਪੈਣਾ ਉਹਨਾਂ ਨੂੰ ਆਪਣੇ ਦੇ ਕੇ। ਕਿੰਨਾਂ ਨੂੰ ਦੇ ਕੇ ਜਾਣਾ ਪੈਣਾ? ਅੰਕਲ ਨੂੰ ਉਹਨਾਂ ਨੂੰ ਨਾਲ ਹੀ ਲੈ ਕੇ ਜਾਣਾ? ਆਹ ਮਤਲਬ ਕਿ ਤੁਹਾਨੂੰ ਦੇ ਕੇ ਜਾਣਾ ਪੈਣਾ ਉਹਨਾਂ ਦੀ ਜਗ੍ਹਾ ਤੇ। ਉਹ ਆਪ ਨਹੀਂ ਲਿਆ ਸਕਦੇ, ਆਪਣੇ ਘਰ ਦਾ ਤੁਹਾਨੂੰ ਸਾਰਾ ਕੁਝ ਪਤਾ ਹੈਗਾ। ਹਾਂਜੀ, ਉੱਥੇ ਬੈਠਿਆਂ ਨੂੰ ਸਾਰਾ ਕੁਝ ਮਿਲ ਜਾਣਾ ਵਾ, ਫਿਕਰ ਕਿਉਂ ਕਰਦੇ ਹੋ? ਉੱਥੇ ਆਪ ਥੋੜੀ ਬਣਾਉਣਾ ਪੈਣਾ। ਨਹੀਂ ਮੈਨੂੰ ਉਹ ਤਾਂ ਪਤਾ ਹੈਗਾ ਵੀ ਆਪ ਤੁਹਾਨੂੰ ਦੇ ਕੇ ਜਾਣਾ ਪੈਣਾ ਹੈਗਾ। ਹਾਂ, ਆਪ ਦੇ ਕੇ ਜਾਇਆ ਕਰਾਂਗੇ ਅਸੀਂ, ਉੱਥੇ ਤੁਹਾਡੇ ਕੋਲ ਹੀ ਰਹਿਣਾ ਸਾਰਾ ਟਾਈਮ, ਵਲੰਟੀਅਰ ਤੁਹਾਡੇ ਕੋਲ, ਤੁਹਾਡੇ ਕੋਲ ਇੱਕ ਇਹਨਾਂ ਦੇ ਇਹੀ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਹੌਸਲੇ ਵਾਲੀ ਤੇ ਦ੍ਰਿੜਤਾ ਦੀ ਗੱਲ ਆ, ਜਿਹੜੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅੱਜ ਵੀ ਇਹ ਇੱਕੋ ਹੀ ਹੈ, ਉਸੇ ਗੱਲ ਤੇ ਖੜੇ ਨੇ। ਗੁਰੂ ਸਾਹਿਬ ਨੇ ਸਾਨੂੰ ਰਸਤਾ ਹੀ ਇਹ ਦਿਖਾਇਆ, ਇਨਸਾਨ ਨੂੰ ਇਨਸਾਨੀਅਤ ਦਾ ਪਾਠ ਪੜਾਇਆ ਸੀ ਸਾਨੂੰ, ਸਿੱਖ ਸਾਜ ਕੇ ਉਹਨਾਂ ਨੇ ਦੂਜਿਆਂ ਤੋਂ ਵੱਖਰੇ ਕੀਤਾ, ਪਰ ਸਾਨੂੰ ਸਰਬ ਧਰਮ ਦੀ ਇੱਕ ਸਾਂਝੀਵਾਲਤਾ ਦਾ ਪਾਠ ਪੜਾਇਆ। ਸਭ ਤੋਂ ਉੱਚਾ ਧਰਮ ਇਨਸਾਨੀਅਤ ਆ, ਇਹਦਾ ਪਾਠ ਪੜਾਇਆ। ਅੱਜ ਗੁਰੂ ਸਾਹਿਬ ਦੀ ਉਸੇ ਕਿਰਪਾ ਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਹਾਂ। ਉਸੇ ਕਿਰਪਾ ਦੀ ਸਦਕਾ ਸਰਦਾਰ ਸਰਬਜੀਤ ਸਿੰਘ ਤੇ ਮਾਤਾ ਜੀ ਸਾਡੇ ਸੁਰਿੰਦਰ ਕੌਰ ਜੀ ਦੀ ਸੇਵਾ ਸਾਨੂੰ ਮਿਲੀ ਆ, ਤੇ ਅਸੀਂ ਅੱਜ ਇਹਨਾਂ ਨੂੰ ਆਪਣੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ। ਤੇ ਅਰਦਾਸ ਕਰਿਓ ਅਸੀਂ ਆਪਣੀ ਉਹ ਡਿਊਟੀ ਨਿਭਾ ਸਕੀਏ ਜਿਹੜੀ ਅੱਜ ਅਸੀਂ ਇੱਥੇ ਕਹਿ ਕੇ ਲੈ ਕੇ ਜਾ ਰਹੇ ਹਾਂ ਇਹਨਾਂ ਨੂੰ, ਵੀ ਅਸੀਂ ਤੁਹਾਡੇ ਪੁੱਤ ਆ, ਅਸੀਂ ਇਹਨਾਂ ਦੇ ਪੁੱਤ ਬਣ ਸਕੀਏ। ਸਾਨੂੰ ਇਹ ਪ੍ਰਮਾਤਮਾ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਉਹ ਅੱਲਾ, ਉਹ ਰਾਮ, ਉਹ ਵਾਹਿਗੁਰੂ, ਉਹ ਭਗਵਾਨ ਹਿੰਮਤ ਬਖਸ਼ਣ ਵੀ ਅਸੀਂ ਇਹ ਡਿਊਟੀ ਨਿਭਾ ਸਕੀਏ। ਤੇ ਬਾਕੀ ਜਿਹੜੇ ਕੋਈ ਇਹਨਾਂ ਦੇ ਜਾਣਕਾਰ, ਕੋਈ ਪੁਰਾਣੇ ਜਿਹੜੇ ਬਹੁਤ ਸਮੇਂ ਤੋਂ ਨਹੀਂ ਮਿਲੇ, ਸਾਡੀ ਅੱਜ ਵੀਡੀਓ ਰਾਹੀਂ ਤੁਸੀਂ ਸ਼ਾਇਦ ਪਤਾ ਲੱਗ ਰਿਹਾ, ਤਾਂ ਸਾਡੇ ਨਾਲ ਸੰਪਰਕ ਕਰੋ, ਇਹਨਾਂ ਨੂੰ ਜ਼ਰੂਰ ਮਿਲ ਕੇ ਜਾਓ, ਕਿਉਂਕਿ ਇਹਨਾਂ ਨੂੰ ਹੌਸਲੇ ਦੀ ਲੋੜ ਆ, ਤੁਹਾਡੇ ਸਾਥ ਦੀ ਲੋੜ ਆ। ਇਹਨਾਂ ਨੂੰ ਹੋਰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਤੇ ਸਿਰਫ ਇੱਕ ਉਸ ਹੱਥ ਦੀ ਲੋੜ ਆ ਜਿਹੜਾ ਇਹਨਾਂ ਦੇ ਮੋਢੇ ਤੇ ਰੱਖਿਆ ਜਾਵੇ, ਜਿਹਨੂੰ ਇਹ ਪਹਿਚਾਣਦੇ ਹੋਣ ਵੀ ਇਹ ਉਹ ਹੱਥ ਆ ਜਿਹੜਾ ਜਿਹਦੇ ਨਾਲ ਮੈਂ ਲੰਬਾ ਸਮਾਂ ਗੁਜ਼ਾਰਿਆ, ਚਾਹੇ ਉਹ ਦਿੱਲੀ ਦੇ ਵਿੱਚ ਰਹਿੰਦੇ ਸਮੇਂ, ਚਾਹੇ ਉਹ ਇੱਥੇ ਲੰਬਾ ਸਮਾਂ ਰਹਿੰਦੇ ਸਮੇਂ ਇਹਨਾਂ ਦੇ ਨਾਲ ਜਿਨ੍ਹਾਂ ਦੇ ਲਿੰਕ ਰਹੇ ਹੋਣਗੇ, ਕੋਈ ਦੋਸਤ ਰਹੇ ਹੋਣਗੇ, ਕੋਈ ਰਿਸ਼ਤੇਦਾਰ ਹੋਣਗੇ, ਤੇ ਪਲੀਜ਼ ਉਹ ਆ ਕੇ ਇਹਨਾਂ ਨੂੰ ਜ਼ਰੂਰ ਮਿਲਿਓ, ਸਾਡੇ ਨਾਲ ਸੰਪਰਕ ਕਰਿਓ। ਤੇ ਬਾਕੀ ਅਰਦਾਸ ਕਰਿਓ ਅਸੀਂ ਆਪਣੇ ਇਸ ਮਾਂ-ਬਾਪ ਦੀ ਸੇਵਾ ਕਰ ਸਕੀਏ। ਬਾਕੀ ਧੰਨਵਾਦ ਜੀ ਮਹੱਲਾ ਨਿਵਾਸੀਆਂ ਦਾ, ਸਾਰਿਆਂ ਦਾ, ਤੁਹਾਡਾ ਭੈਣ ਜੀ ਬਹੁਤ ਧੰਨਵਾਦ, ਸਰਦਾਰ ਜੀ ਤੁਹਾਡਾ ਵੀ, ਭੈਣ ਦਾ ਕਮਲਜੀਤ ਦਾ ਬਹੁਤ ਧੰਨਵਾਦ ਆ। ਜਿਵੇਂ ਦੱਸਦੇ ਨੇ ਬੜੇ ਲੰਬੇ ਸਮੇਂ ਤੋਂ ਆਂਟੀ ਇਹ ਤੁਹਾਡੇ ਨਾਲ ਬਹੁਤ ਰੋਨੇ ਕਿਉਂ ਆਂਟੀ? ਐ ਨਾ ਰੋ ਨਾ, ਰੋ ਨਾ ਮੇਰੀ ਮਾਂ, ਰੋ ਨਾ, ਹਨਾ। ਆ ਵੀ ਤੁਹਾਡੀ ਧੀ ਆ, ਰਾਣੀ ਭੈਣ ਆ ਸਾਡੀ, ਤੁਹਾਡੀ ਵੀ ਧੀ ਆ ਇਹ, ਹਨਾ। ਇੱਥੇ ਆਪਾਂ ਰਿਸ਼ਤੇ ਬਣਾਉਣ ਆਏ ਆ, ਤੁਹਾਨੂੰ ਰਵਾਉਣ ਨਹੀਂ ਆਏਗੇ, ਰੋਣਾ ਨਹੀਂ। ਹੁਣ ਰੋਣ ਦੇ ਦਿਨ ਚਲੇ ਗਏ ਹੁਣ, ਬਸ ਠੀਕ ਆ ਜੀ। ਹੁਣ ਖੁਸ਼ ਰਹਿਣਾ, ਤੰਦਰੁਸਤ ਰਹਿਣਾ, ਵਾਹਿਗੁਰੂ ਅੱਗੇ ਬਸ ਇਹੀ ਅਰਦਾਸ ਆ। ਜਿੰਨੇ ਵੀ ਸਵਾਸ ਬਖਸ਼ੇ ਸੱਚੇ ਪਾਤਸ਼ਾਹ ਨੇ ਉਹ ਤੰਦਰੁਸਤੀ ਭਰੇ,
ਤੇ ਸਕੂਨ ਭਰੇ ਹੋਣ ਤੁਹਾਡੇ। ਆਵਾਂਗੇ, ਅਸੀਂ ਵੀ ਮਿਲਣ ਆਵਾਂਗੇ, ਕਮਲ ਵੀ ਮਿਲਣ ਆਏਗੀ, ਪਿੰਕਾ ਦੋਨੋਂ ਭੈਣੇ ਆਇਆ ਕਰੋਗੇ ਤੁਸੀਂ ਪਲੀਜ਼। ਹਾਂ, ਇਹ ਆਣਗੇ। ਦੇਖੋ ਲੁਧਿਆਣੇ ਆ ਅਸੀਂ, ਹਨਾ, ਕੋਈ ਜ਼ਿਆਦਾ ਉਹ ਨਹੀਂ ਹੈਗਾ, ਬਾਹਲਾ ਰੂਰਲ ਏਰੀਏ 'ਚ ਨਹੀਂ, ਸ਼ਹਿਰ ਦੇ ਬਸ ਬਾਹਰਲੇ ਪਾਸੇ ਆ। ਤੇ ਪਲੀਜ਼ ਤੁਸੀਂ ਆਇਓ ਤਾਂ ਜੋ ਇਹਨਾਂ ਨੂੰ ਵੀ ਤੁਹਾਡੀ ਆਵਾਜ਼ ਸੁਣ ਕੇ ਤੁਹਾਡੇ ਨਾਲ ਜਿਵੇਂ ਤੁਸੀਂ ਅੱਜ ਪਿਆਰ ਕਰ ਰਹੇ ਹੋ, ਜੇ ਮਿਲੋਗੇ ਤਾਂ ਇਹਨਾਂ ਨੂੰ ਹੌਸਲਾ ਹੋਊਗਾ। ਬਾਕੀ ਫੋਨ ਤੇ ਗੱਲ ਕਰਦੇ ਰਹੋ, ਹਨਾ, ਅਸੀਂ ਤੁਹਾਡੇ ਨਾਲ ਗੱਲ ਕਰਾ ਦਿਆ ਕਰਾਂਗੇ। ਲੈਟਰ ਪੈਡ ਲਿਆ ਕਾਕਾ। ਤੇ ਇਹ ਦੇਖੋ ਇਹ ਆਂਟੀ ਦੀਆਂ ਤਸਵੀਰਾਂ ਵਾ, ਇਹ ਵੀ ਕਹਿੰਦੇ ਕੁਝ ਜ਼ਿਆਦਾ ਲੰਬਾ ਸਮਾਂ ਨਹੀਂ ਹੋਇਆ ਇਹਨਾਂ ਨੂੰ ਵੀ, ਚੰਗੇ ਭਲੇ ਵਧੀਆ ਤੁਰੇ ਫਿਰਦੇ ਸੀਗੇ। ਆ ਦੇਖੋ ਆ ਖੁੰਡੀ ਹੱਥ 'ਚ ਫੜ ਕੇ ਫੋਟੋ ਖਿਚਾਈ ਹੋਈ ਆਂਟੀ ਜੀ ਨੇ। ਤੇ ਅੰਕਲ ਜੀ ਦੇਖੋ ਵਧੀਆ, ਬਿਲਕੁਲ ਸਾਰਾ ਕੁਝ ਠੀਕ ਚੱਲ ਰਿਹਾ ਸੀ, ਪਰ ਅੱਜ ਵਕਤ ਨੇ ਕੁਝ ਚੱਕਰ ਇਸ ਤਰ੍ਹਾਂ ਦਾ ਕੱਟਿਆ। ਪੈਕ ਕਰਨੇ ਕੱਪੜੇ ਆਂਟੀ ਜੀ ਦੇ, ਆਂਟੀ ਦੇ, ਅੰਕਲ ਦੇ। ਹਾਂਜੀ ਅੰਕਲ ਤੁਸੀਂ ਤਾਂ ਜ਼ਰੂਰ ਲਓ, ਕਿਉਂਕਿ ਤੁਹਾਡੀ ਆਦਤ ਹੋਣੀ ਹੈ, ਤੁਸੀਂ ਹੋਰ ਕੋਈ ਕੱਪੜਾ ਨਹੀਂ ਪਾ ਪਾਓਗੇ, ਹੈ ਨਾ। ਬਾਕੀ ਅਸੀਂ ਨਵੇਂ ਦੇਵਾਂਗੇ ਤੁਹਾਨੂੰ ਸਾਰੇ, ਉੱਥੇ ਪਜਾਮੇ, ਲੋਅਰ, ਜੈਕਟਾਂ, ਜਿਹੜੀ ਚੀਜ਼ ਚਾਹੀਦੀ ਆ, ਪਰ ਫਿਰ ਵੀ ਤੁਸੀਂ ਆਪਣੇ ਕੱਪੜੇ ਜਿੰਨਾਂ ਚੀਜ਼ਾਂ ਤੁਸੀਂ ਕੰਫਰਟੇਬਲ ਨਾਲ ਲੈ ਲਓ। ਬਾਕੀ ਆਂਟੀ ਜੀ ਦੇ ਵਾਸਤੇ ਤਾਂ ਦੇਖੋ ਬਾਡੀ ਵਾਰਮਰ ਪੈਣਾ, ਇਹਨਾਂ ਦੇ ਇਸ ਟਾਈਮ ਤੇ ਡਾਈਪਰ ਲੱਗਿਆ ਕਰਨਾ, ਹੈ ਨਾ, ਤੇ ਉਹ ਅਸੀਂ ਉੱਥੋਂ ਨਵੇਂ ਦੇਵਾਂਗੇ ਸਾਰੇ, ਤੁਸੀਂ ਆਪਣਾ ਕੋਈ ਹੈ ਨਾ। ਲੈ ਲਓ ਇਹਨਾਂ ਇੱਕ ਅੱਧਾ ਕੋਈ ਚੀਜ਼ ਲੈਣੀ ਆ ਆਂਟੀ ਵਾਸਤੇ ਲੈ ਲਓ, ਆਪਦੇ ਵਾਸਤੇ ਜੇ ਕੁਝ ਤੁਸੀਂ ਲੈਣਾ ਲੈ ਲਓ, ਨਹੀਂ ਤੁਹਾਨੂੰ ਅਸੀਂ ਨਵੇਂ ਦੇਵਾਂਗੇ ਉੱਥੋਂ। ਦਸਤਾਰਾਂ, ਕੱਪੜੇ, ਕਸ਼ਹਿਰਾ ਸਭ ਮਿਲੂਗਾ ਤੁਹਾਨੂੰ ਉੱਥੇ, ਸਭ ਚੀਜ਼ਾਂ ਤੁਹਾਡੇ ਲਈ। ਕੋਈ ਇੱਕ ਦੋ ਚੀਜ਼ਾਂ ਲੈਣੀਆਂ ਲੈ ਲਓ, ਇੱਕ ਦੋ ਪੀਸ, ਹਨਾ, ਕਈ ਵਾਰੀ ਫਿੱਟ ਨਹੀਂ ਬਹਿੰਦਾ ਜਾਂ ਕੋਈ ਹੋਰ ਆ, ਤੇ ਬਾਕੀ ਅਸੀਂ ਲੈ ਲਾਂਗੇ ਉੱਥੋਂ, ਸਾਰਾ ਕੁਝ ਲੈ ਲਾਂਗੇ ਆਪਾਂ। ਪਹਿਲਾਂ ਤਾਂ ਇਹ ਦੱਸੋ ਤੁਹਾਡਾ ਮਨ ਆ ਚੱਲੀਏ ਆਪਾਂ? ਕੋਈ ਫਿਕਰਮੰਦ ਤਾਂ ਨਹੀਂ ਕਿਸੇ ਗੱਲ ਤੋਂ, ਹੈ ਜੀ? ਹਾਂ ਜਾਣਾ ਨਾ, ਹਾਂ ਬਸ ਫਿਰ ਫਿਕਰ ਨਾ ਕਰੋ। ਹਾਂਜੀ, ਕੋਈ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਥੋੜੀ ਬਹੁਤੀ ਇੱਥੋਂ ਆਪਣੇ ਜਿਹਦੇ 'ਚ ਤੁਸੀਂ ਕੰਫਰਟੇਬਲ ਹੋ ਲੈ ਲਓ। ਹੁਣ ਜਾਣਾ ਕਿ ਫਿਰ ਆਓਗੇ? ਹੁਣੇ 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 ਅੱਜ ਹੀ, ਬਣਾਏ ਸਪੈਸ਼ਲ ਆਏ ਵੀਰ ਜੀ। ਅੱਜ ਤਾਂ ਕਿਹਾ ਤਾਂ ਵੀ ਕਿਸੇ ਪਰਸ ਚੌਥੇ ਆਉਣਾ ਸੀ ਇਹਨਾਂ ਨੂੰ, ਉਦੋਂ ਕੱਲ ਨੂੰ 28 ਤਰੀਕ ਆ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਦਾ, ਹਨਾ, ਤੇ ਆਪਾਂ ਉੱਥੇ ਮਨਾਉਣਾ ਚੱਲ ਕੇ। ਉੱਥੇ ਗੁਰੂ ਸਾਹਿਬ ਦੇ ਘਰ ਅਰਦਾਸ ਕਰਾਂਗੇ, ਬੈਠਾਂਗੇ ਗੁਰੂ ਘਰ 'ਚ। ਤੁਹਾਡਾ ਤਾਂ ਮਨ ਹੀ ਬਹੁਤ ਲੱਗੇਗਾ, ਮੈਨੂੰ ਤਾਂ ਐਂ ਲੱਗਦਾ ਵੀ ਤੁਸੀਂ ਗੁਰੂ ਘਰ ਦੀ ਡਿਊਟੀ ਦੇਣੀ ਚੱਲੇ ਆ ਉੱਥੇ। ਆਪਣੇ ਘਰ 'ਚ ਹੀ ਅੰਦਰ ਹੀ ਗੁਰੂ ਘਰ ਆ, ਉੱਥੇ ਤੁਸੀਂ ਆਪਣੀਆਂ ਸਵੇਰੇ ਇਸ਼ਨਾਨ ਕਰਕੇ ਗੁਰੂ ਘਰ 'ਚ ਬੈਠ ਸੇਵਾਵਾਂ ਦਿਆ ਕਰੋਗੇ। ਮੈਨੂੰ ਉਮੀਦ ਆ ਵਾਹਿਗੁਰੂ ਤੇ ਭਰੋਸਾ ਸੱਚੇ ਪਾਤਸ਼ਾਹ ਤੇ। ਕਿੰਨਾ ਹੀ ਉੱਠਦੇ? ਸਾਡਾ ਜੀ ਉੱਥੋਂ ਸਵੇਰੇ ਜੀਵਕਾ ਤਾਂ ਆਪੋ ਆਪਣੇ ਤਰੀਕੇ ਨਾਲ, ਕੋਈ 5 ਵਜੇ ਵੀ ਉੱਠ ਖੜਦਾ, ਕੋਈ 4 ਵਜੇ ਵੀ, ਯਾਨੀ ਕਿ ਸਾਡੇ 6:30 ਵਜੇ ਸਟਾਰਟ ਹੋ ਜਾਂਦੇ ਆ। ਇੰਨੇ ਇਸ਼ਨਾਨ ਕਰਾਉਣਾ, ਬਰਸ਼ ਕਰਾਉਣੇ, ਫਿਰ ਹੈ ਨਾ ਸਾਰਿਆਂ ਨੇ ਦਸਤਾਰਾਂ ਬੰਨਣੀਆਂ, ਫਿਰ ਮੰਨ ਲਓ ਬਰਸ਼ ਤੋਂ ਬਾਅਦ ਚਾਹ ਪੀ ਲੈਣੀ, ਚਾਹ ਪੀ ਕੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਇੱਕ ਵਾਰੀ ਚਾਹ, ਫਿਰ ਉਸ ਤੋਂ ਬਾਅਦ ਫਰੂਟ ਛਕਾਉਣੇ ਆ, ਫਰੂਟ ਛਕਾ ਕੇ ਉਸ ਤੋਂ ਬਾਅਦ ਗੁਰੂ ਘਰ 'ਚ ਬੈਠੀ ਜਾਂਦੇ ਨੇ ਜਾ ਕੇ ਸਾਰੇ, ਨਹਾ ਕੇ ਦਸਤਾਰਾਂ ਬੰਨ੍ਹ ਕੇ ਕੱਪੜੇ ਪਾ ਕੇ। ਫਿਰ ਗੁਰੂ ਘਰ ਦੇ ਵਿੱਚ 2.5-3 ਘੰਟੇ ਫਿਰ ਪਾਠ ਹੁੰਦਾ, ਸਵੇਰੇ ਵੀ ਸ਼ਾਮ ਨੂੰ ਵੀ, ਦੋਨੋਂ ਟਾਈਮ, ਹੈ ਨਾ। ਸੁਖਮਨੀ ਸਾਹਿਬ ਦਾ ਪਾਠ ਹੋਣਾ, 5 ਬਾਣੀਆਂ ਦਾ ਪਾਠ ਹੋਣਾ, ਹੁਕਮਨਾਮਾ, ਅਰਦਾਸ, ਫਿਰ ਸਾਰਿਆਂ ਨੇ ਜਾਪ ਕਰਨਾ ਵਾਹਿਗੁਰੂ ਦਾ, ਮੈਕ ਫੜਾ ਦੇਈਦਾ, ਕੋਈ 2 ਮਿੰਟ ਸਤਨਾਮ ਵਾਹਿਗੁਰੂ ਕਹਿੰਦਾ, ਕੋਈ 1 ਮਿੰਟ ਕਹਿੰਦਾ, ਹਨ। ਤਾਂ ਫਿਰ ਉਹ ਜਾਪ ਤੋਂ ਬਾਅਦ ਫਿਰ ਹੁਕਮਨਾਮਾ ਲੈ ਕੇ ਅਰਦਾਸ ਹੋ ਕੇ ਉਸ ਤੋਂ ਬਾਅਦ ਪ੍ਰਸ਼ਾਦ ਵਰਤਾਉਂਦੇ ਆ। ਫਿਰ ਸਾਰੇ ਉੱਥੋਂ ਗੁਰੂ ਘਰ 'ਚੋਂ ਆ ਕੇ ਪ੍ਰਸ਼ਾਦਾ ਛਕਦੇ ਨੇ, ਗੁਰੂ ਕੇ ਲੰਗਰ ਪੰਗਤਾਂ ਲੱਗੀਆਂ ਹੁੰਦੀਆਂ, ਤੇ ਉੱਥੇ ਪ੍ਰਸ਼ਾਦਾ ਛਕ ਕੇ ਉਸ ਤੋਂ ਬਾਅਦ ਜਿਹਨੇ ਧੁੱਪੇ ਬਹਿਣਾ ਧੁੱਪੇ ਬੈਠ ਜਾਂਦੇ ਨੇ, ਜਿਹੜੇ ਅੰਦਰ ਟੀਵੀ ਲੱਗਿਆ ਉੱਥੇ ਅੰਦਰ ਟੀਵੀ ਬੈਠ ਜਾਂਦੇ ਨੇ, ਹਾਲ ਬਣਿਆ ਵੱਡਾ। ਤੇ ਜਿਨ੍ਹਾਂ ਨੇ ਫਿਰ ਮੰਨ ਲਓ ਕੋਈ ਹਸਪੀਟਲ ਜਾਣ ਵਾਲੇ ਨੇ ਪੇਸ਼ੈਂਟ, ਹਰ ਰੋਜ਼ 25-30 ਬੰਦੇ ਹਸਪੀਟਲਾਂ ਨੂੰ ਜਾਂਦੇ ਚੈੱਕਅਪ ਲਈ, ਉਹ ਹਸਪੀਟਲ ਭੇਜ ਦੇਈਦੇ ਆ, ਚੈੱਕਅਪ ਕਰਾਉਣ ਚਲੇ ਜਾਂਦੇ ਨੇ ਵਲੰਟੀਅਰ। ਤੇ ਫਿਰ ਇਸ ਤਰ੍ਹਾਂ ਮੁੜ ਕੇ ਤਕਰੀਬਨ 1:30 ਵਜੇ ਫਰੂਟ ਇੱਕ ਵਾਰੀ ਫੇਰ ਦਿੰਦੇ ਆ ਅਸੀਂ, 3:30-4 ਵਜੇ ਚਾਹ ਛਕਦੇ ਨੇ ਸਾਰੇ, ਫਿਰ 5-5:30 ਵਜੇ ਫਿਰ ਗੁਰੂ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ, ਰਹਿਰਾਸ ਦਾ ਟਾਈਮ ਹੋ ਜਾਂਦਾ। ਫਿਰ ਜਦੋਂ ਗੁਰਦੁਆਰਾ ਸਾਹਿਬ 'ਚ ਪਾਠ ਕਰਕੇ ਸ਼ਾਮ ਨੂੰ ਅਰਦਾਸ ਹੋ ਕੇ ਭੋਗ ਲੈ ਕੇ ਬਾਹਰ ਆਉਂਦੇ ਨੇ, ਫਿਰ ਪ੍ਰਸ਼ਾਦਾ ਤਿਆਰ ਹੁੰਦਾ, ਮੂਹਰੇ ਟਾਟ ਲੱਗੇ ਹੁੰਦੇ ਆ, ਪ੍ਰਸ਼ਾਦਾ ਛਕ ਕੇ ਸੈਰ ਕਰਨ ਲੱਗ ਜਾਂਦੇ ਨੇ। ਅੰਦਰ ਹੀ ਪਾਰਕ ਆ ਵੱਡੀ ਸਾਰੀ ਵਿਚਾਲੇ ਵਿਹੜੇ ਦੇ, ਸੈਰ ਕਰਦੇ ਕਰਦੇ ਜਦ ਨੂੰ ਮੰਜੇ ਬਿਸਤਰੇ ਲੱਗ ਜਾਂਦੇ ਆ ਜੀ, ਤੇ ਫਿਰ ਸਾਰੇ ਆਪੋ ਆਪਣੇ ਬਿਸਤਰਿਆਂ 'ਚ ਪਹੁੰਚ ਜਾਂਦੇ ਆ ਜੀ। ਇਹ ਸਾਡੀ ਦਿਨਚਰਿਆ ਜੀ। ਬੜੇ ਮੈਂ ਤੁਹਾਨੂੰ ਜਿਹੜੀ 2-3 ਮਿੰਟ 'ਚ ਸੁਣਾਈ ਆ, ਇਹਦੇ ਪਿੱਛੇ ਬਹੁਤ ਵੱਡੀ ਫੋਰਸ ਕੰਮ ਕਰਦੀ ਹੈ। ਇੰਨੇ ਮੈਂਬਰ, ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਮੈਂਬਰ ਨੇ ਜਿਹੜੇ ਡਿਸੇਬਲ ਨੇ, ਚੱਲ ਫਿਰ ਨਹੀਂ ਸਕਦੇ। 70-80 ਮੈਂਬਰ ਇਦਾਂ ਦੇ ਨੇ ਜਿਹੜੇ 100% ਡਿਸੇਬਲ ਨੇ, ਤੇ ਉਹਨਾਂ ਦੀ ਕੇਅਰ ਕਰਨੀ, ਉਹਨਾਂ ਨੂੰ ਡਾਈਪਰ ਕਿਸੇ ਨੂੰ 2 ਵਾਰੀ ਬਦਲਦੇ ਆ, ਕਿਸੇ ਨੂੰ 1 ਵਾਰ ਬਦਲਦੇ ਆ, ਹੈ ਨਾ। ਕਿਸੇ ਨੂੰ ਇਸ਼ਨਾਨ ਕਰਾਉਣਾ 1 ਵਾਰ, ਕਿਸੇ ਨੂੰ 2 ਵਾਰ,
ਫਿਰ ਬਲਾਈਂਡ ਪਰਸਨ ਨੇ ਸਾਡੇ ਕੋਲੇ 8-9 ਜਾਣੇ ਨੇ ਜਿਹੜੇ ਅੱਖਾਂ ਤੋਂ ਬਲਾਈਂਡ ਨੇ, ਦੇਖ ਨਹੀਂ ਸਕਦੇ, ਜਿਨ੍ਹਾਂ ਨੂੰ ਅਸੀਂ ਬੜੀ ਦੂਰ ਤੱਕ ਚੈੱਕਅਪ ਵੀ ਕਰਾਇਆ। ਡਾਕਟਰਾਂ ਨੇ ਜਵਾਬ ਦਿੱਤਾ ਵੀ ਹੋ ਨਹੀਂ ਸਕਦੀ, ਹੁਣ ਉਹਨਾਂ ਦੀ ਲਾਈਟ ਨਹੀਂ ਆ ਸਕਦੀ। ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਜਿਹੜਾ ਸਫ਼ਰ ਆ, ਉੱਥੇ ਅੰਦਰ ਹੀ ਛੋਟਾ ਜਿਹਾ ਇੱਕ ਹਸਪੀਟਲ ਵੀ ਬਣਾਇਆ ਹੋਇਆ ਆਪਣਾ, ਜਿੱਥੇ ਜਿਹੜੇ ਰੂਟੀਨ 'ਚ ਦਾਖਲ ਹੁੰਦੇ ਨੇ ਹਸਪੀਟਲ 'ਚ, ਉਹਨਾਂ ਨੂੰ ਉੱਥੇ ਰੱਖਦੇ ਅਸੀਂ। ਡਾਕਟਰ ਆਉਂਦੇ ਨੇ ਉੱਥੇ ਵੀ ਆਪਣੇ ਕੋਲੇ। ਤੇ ਕੁਝ ਲੋਕ ਉਹ ਨੇ ਜਿਹੜੇ ਹੁਣ ਸਾਡੇ ਗ੍ਰੰਥੀ ਸਿੰਘ ਆ, ਉਹ ਵੀ ਗੁਰਦੁਆਰਾ ਉੱਥੇ ਦਰਬਾਰ ਸਾਹਿਬ ਤੋਂ ਲੈ ਕੇ ਆਏ ਸੀ। ਉਹਨਾਂ ਦੇ ਸਿਰ 'ਚ ਕੀੜੇ ਪਏ ਹੋਏ ਸੀ, ਮੈਂਟਲੀ ਅਪਸੈਟ ਸੀਗੇ। ਹੁਣ ਉਹ ਠੀਕ ਹੋ ਕੇ ਸਾਡੇ ਨਾਲ ਉੱਥੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ। ਕੀਰਤਨੀਆ ਸਿੰਘ ਆ ਬਾਈ, ਉਹਨੂੰ ਅਸੰਧ ਤੋਂ ਕਰਨਾਲ ਤੋਂ ਲੈ ਕੇ ਆਏ ਸੀ, ਹਰਿਆਣੇ ਤੋਂ। ਉਹਦੇ ਵੀ ਪੈਰ 'ਚ ਕੀੜੇ ਪਏ ਹੋਏ ਸੀ। ਗੁਰੂ ਘਰ ਦਾ ਸੇਵਾਦਾਰ ਅੱਜ ਉੱਥੇ ਸਾਡੇ ਕੀਰਤਨੀ ਸਿੰਘ ਆ ਵੀਰ। ਯਾਨੀ ਕਿ ਇਸ ਤਰ੍ਹਾਂ ਦੇ ਸਾਰੇ ਲੋਕ ਨੇ। ਅਸੀਂ ਵੀ ਇੱਦਾਂ ਹੀ ਤੁਹਾਡੇ ਵਾਂਗੂ ਦੁੱਖਾਂ ਸੁੱਖਾਂ 'ਚੋਂ ਨਿਕਲ ਕੇ ਪ੍ਰਮਾਤਮਾ ਨੇ ਇੱਥੇ ਪਹੁੰਚਾਇਆ। ਅਸੀਂ ਕੋਈ ਜੱਦੀ ਪੁਸ਼ਤੀ ਨਾ ਰਾਜੇ ਹਾਂ ਤੇ ਨਾ ਅਸੀਂ ਉਹ, ਅਸੀਂ ਤਾਂ ਗੁਰੂ ਦੇ ਸੇਵਾ ਕਰਾ ਹੋ ਰਿਹਾ, ਕਰ ਹੋ ਰਿਹਾ। ਸਾਡੀ ਸੁਸਾਇਟੀ ਦਾ ਇੱਕ ਸਿੱਧਾ ਫੰਡਾ, ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ, ਅਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਕਲੇਮ ਕਰਦੇ। ਸਾਡੇ ਕੋਲ ਡੋਨੇਸ਼ਨ ਵੀ ਨਹੀਂ ਦੇ ਸਕਦਾ ਕੋਈ। ਚੀਜ਼ਾਂ ਲਿਖ ਕੇ ਲਾਈਆਂ ਹੁੰਦੇ ਵੀ ਆਹ ਸਮਾਨ ਚਾਹੀਦੇ, ਹਰ ਰੋਜ਼ ਲਿਸਟਾਂ ਲਾਉਂਦੇ ਆ, ਜਾਂ ਇੱਥੇ ਪੈਸੇ ਦੇਣ ਵਾਲੇ ਆ, ਫਲਾਣੇ ਹਸਪਤਾਲ 'ਚ ਦੇਣ ਵਾਲੇ ਆ, ਦੁੱਧ ਦਾ ਬਿੱਲ ਆ, ਬਿਜਲੀ ਦਾ ਬਿੱਲ ਆ, ਹਾਰਡਵੇਅਰ ਦਾ ਬਿੱਲ ਆ, ਦਵਾਈਆਂ ਦਾ ਬਿੱਲ ਆ। ਸੰਗਤ ਆਪ ਦੇ ਕੇ ਜਾਂਦੀ ਉੱਥੇ ਜਾ ਕੇ ਆਪਣੇ ਹੱਥੀਂ। ਸਾਡੇ ਕੋਲੇ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਦੀ ਜ਼ਮੀਨਾਂ ਜਾਇਦਾਦਾਂ ਨੇ, ਪਰ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ। ਅਸੀਂ ਲਿਖ ਕੇ ਦੇ ਕੇ ਆਉਂਦੇ। ਜੇ ਕੋਈ ਨਹੀਂ ਹੁੰਦਾ ਉਹਦਾ, ਤਾਂ ਪਿੰਡ ਦੀ ਪੰਚਾਇਤ ਨੂੰ ਲਿਖ ਕੇ ਦੇ ਆਈਦਾ ਵੀ ਭਾਈ ਆਹ ਸਾਡਾ ਲੈਟਰ ਪੈਡ ਆ, ਤੇ ਲਿਖ ਕੇ ਸਾਨੂੰ ਪ੍ਰਾਪਰਟੀ ਨਹੀਂ ਚਾਹੀਦੀ, ਤੁਸੀਂ ਆਪਦੇ ਜਿਹੜੇ ਇਹਦੇ ਵਾਰਸ ਹੈਗੇ ਉਹਨਾਂ ਨੂੰ ਦੇ ਦਿਓ। ਤੇ ਇਹੀ ਸਾਡੀ ਮਨਸ਼ਾ ਵਾ। ਹੁਣ ਵੀ ਸਾਡੇ ਕੋਲੇ ਬਜ਼ੁਰਗ ਨੇ, ਜੇ ਮੈਂ ਤੁਹਾਨੂੰ ਦੱਸ ਕੇ ਇਹਨਾਂ ਦੀ ਕੋਠੀ ਚੋਰੀ ਹੋਈ ਆ, ਮਹਿੰਗੀ ਕੋਠੀ ਆ, ਉਹ ਕਾਫੀ, ਉਹ ਬਾਪੂ ਜੀ ਦੇ ਨਾਂ ਤੇ ਆ। ਬਾਪੂ ਜੀ ਨਾਲ ਅਸੀਂ ਪਹਿਲਾਂ ਹੀ ਇਹ ਗੱਲ ਕੀਤੀ ਸੀ ਵੀ ਅਸੀਂ ਕੋਠੀ ਨਹੀਂ ਲੈਣੀ। ਪਹਿਲਾਂ ਕੁਝ ਲੋਕ ਕਹਿੰਦੇ ਸੀ ਵੀ ਉਹਨਾਂ ਨੂੰ ਕਿਸੇ ਆਸ਼ਰਮ ਵਾਲੇ 'ਚ ਪਹਿਲਾਂ ਰਹੇ ਸੀ ਇੱਥੇ, ਵੀ ਉਹਨਾਂ ਨੇ ਆਪਣੇ ਨਾਂ ਕਰਾ ਲਈ ਜਾਂ ਕਿਵੇਂ। ਨਹੀਂ, ਉਹ ਬਾਪੂ ਜੀ ਦੇ ਨਾਂ ਤੇ ਆ। ਬਾਪੂ ਜੀ ਨੂੰ ਇਹੀ ਸ਼ਰਤ ਤੇ ਅਸੀਂ ਲੈ ਕੇ ਆਏ ਸੀ ਵੀ ਬਾਪੂ ਜਿਹੜੀ ਤੁਹਾਡੀ ਕੋਠੀ ਆ, ਇਹ ਤੁਸੀਂ ਆਪਣੇ ਭਰਾ ਭਤੀਜੇ ਨੂੰ ਜਿਹਨੂੰ ਵੀ ਦੇਣਾ ਚਾਹੁੰਦੇ ਆ ਵੀ ਤੁਸੀਂ ਉਹਨੂੰ ਦੇ ਦਿਓ, ਕਿਉਂਕਿ ਅਸੀਂ ਜੀ ਜਿਹੜੀ ਚੀਜ਼ ਤੁਹਾਡੀ ਆ, ਇਹ ਤੁਹਾਡੇ ਵਿਰਾਸਤ ਆ ਤੁਹਾਡੀ, ਇਹ ਤੁਹਾਡੀ ਵਾਰਸੀ, ਇਹਨੂੰ ਸੰਭਾਲ ਸਕਦੇ ਆ। ਸੰਸਥਾਵਾਂ ਇੱਥੇ ਕਿੱਲੇ ਕੱਢ ਕੇ ਬੈਠੇ ਰਹਿਣਗੇ, ਅਸੀਂ ਕੀ ਕਰਨੀ ਆ ਬਾਪੂ? ਠੀਕ ਹੈ, ਸਾਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਇਕੱਲਾ, ਬਸ ਉਹ ਤੁਸੀਂ ਦੇਣਾ। ਮਾਲਕ ਨੇ ਸੇਵਾ ਲਈ, ਹਾਂਜੀ, ਸੇਵਾ ਕਰਨੀ ਬਸ। ਜਿੰਨਾ ਤੁਹਾਡੇ 'ਚ ਸਬਰ ਆ, ਮੈਂ ਸਲੂਟ ਕਰਦਾ ਤੁਹਾਡੇ ਸਬਰ ਨੂੰ ਸੱਚੀ ਬਾਪੂ। ਜਿਹਦੀ ਅੱਖਾਂ ਦੀ ਰੋਸ਼ਨੀ, ਤੁਹਾਡੇ ਮਨ ਦੀ ਐਡੀ ਵੱਡੀ ਰੋਸ਼ਨੀ ਹੈ ਸਾਡੀਆਂ ਅੱਖਾਂ 'ਚ ਪੈ ਰਹੀ ਹੈ, ਅਸੀਂ ਚੁੰਧਿਆ ਰਹੀਆਂ ਸਾਡੀਆਂ ਅੱਖਾਂ। ਸੱਚਾਈ ਹੈ ਗੱਲ, ਮੈਂ ਕੋਈ ਬਣਾ ਕੇ ਨਹੀਂ ਕਹਿ ਰਿਹਾ। ਉਸ ਮਾਂ ਦੇ ਚਿਹਰੇ ਤੇ, ਚਾਹੇ ਉਹ ਮੰਜੇ ਤੇ ਹੀ ਪਈ ਆ, ਉਹਦੇ ਚਿਹਰੇ ਤੇ ਅੱਜ ਵੀ ਇੱਕ ਉਹ ਨੂਰ ਆ, ਉਹ ਰੱਬੀ ਰੂਹ ਆ ਤੁਸੀਂ, ਜਿਹੜਾ ਇੱਥੇ ਇੱਕ ਦੂਜੇ ਦਾ ਸਾਥ ਨਿਭਾ ਰਹੇ ਹੋ। ਨਹੀਂ, ਲੋਕ ਇਹਨਾਂ ਹਾਲਾਤਾਂ ਦੇ ਵਿੱਚ ਖਤਮ ਹੋ ਜਾਂਦੇ, ਛੱਡ ਜਾਂਦੇ ਨੇ, ਇੱਕ ਦੂਜੇ ਦਾ ਸਾਥ ਛੱਡ ਦਿੰਦੇ ਨੇ, ਇਰੀਟੇਟ ਹੋ ਕੇ ਇੱਕ ਦੂਜੇ ਨੂੰ ਖਤਮ ਕਰ ਲੈਂਦੇ ਨੇ। ਪਰ ਤੁਸੀਂ ਸਬਰ ਨਾਲ ਅੱਜ ਵੀ ਉਹਦਾ ਭਾਣਾ ਮੰਨਦੇ ਹੋ। ਅੱਜ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਮੈਨੂੰ ਗੁਰੂ ਨੇ ਕੋਈ ਕਰੋਪੀ ਨਹੀਂ ਮੇਰੇ ਤੇ, ਮੈਨੂੰ ਤਾਂ ਸੇਵਾ ਲੱਗੀ, ਜਿਹੜੀ ਜੋ ਹੈਗਾ ਸਾਡਾ ਸੀ, ਜੋ ਹੈ ਉਹ ਹੈ, ਇਹ ਤੁਸੀਂ ਮੰਨਦੇ ਹੋ। ਹਾਂਜੀ, ਇਹੀ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਸਰਬਜੀਤ ਸਿੰਘ ਬਾਪੂ ਜੀ ਦੇ ਪਰਿਵਾਰ ਤੋਂ, ਇਹਨਾਂ ਦੇ ਜੀਵਨ ਤੋਂ, ਇਹਨਾਂ ਦੇ ਇਹਨਾਂ ਹਾਲਾਤਾਂ ਤੋਂ, ਵੀ ਅਸੀਂ ਛੋਟੀਆਂ ਛੋਟੀਆਂ ਤਕਲੀਫਾਂ ਨੂੰ ਵੱਡੀਆਂ ਮੰਨ ਕੇ ਗੁਰੂ ਨੂੰ, ਰੱਬ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਆ। ਪਰ ਕੋਸਿਆਂ ਕੁਛ ਨਹੀਂ ਬਣਨਾ, ਲੜਾਈ ਲੜਨੀ ਪੈਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਹੁਣ ਆਪਣੇ ਜਿਹੜੇ ਮਾੜੇ ਮੋਟੇ ਕੱਪੜੇ ਪਾਉਣੇ ਦੱਸੋ। ਸੌਰੀ ਤੁਹਾਨੂੰ ਕੋਈ ਹੈਗਾ ਆਪਣੇ ਆਪ ਤੋਂ, ਤੁਹਾਨੂੰ ਆਪਣੇ ਆਪ ਤੋਂ ਹੈਗਾ ਲੈ ਜਾਣ ਦਾ ਕੋਈ ਵਾਰੀ ਹੁੰਦਾ ਨਾ ਵੀ ਮੈਨੂੰ ਇਹ ਚੀਜ਼ ਚਾਹੀਦੀ ਹੈ। ਜਿਵੇਂ ਹੁਣ ਤੁਹਾਡਾ ਬਾਪੂ ਜੀ ਅੰਮ੍ਰਿਤ ਛਕਿਆ ਹੋਇਆ, ਕੋਈ ਤੁਹਾਡੀ ਕਈ ਵਾਰੀ ਆਪਦੀ ਹੁੰਦੀ ਹੈ ਮਨਸ਼ਾ, ਕੋਈ ਹੈ ਨਾ, ਕੋਈ ਸ਼ਹਿਰਾ ਲੈਣਾ, ਕਸ਼ਹਿਰੇ ਲੈ ਲਓ, ਇੱਕ ਦੋ ਜਿਹੜੇ ਹੈਗੇ ਆ, ਹੈ ਨਾ, ਕੋਈ ਬਾਕੀ ਚੀਜ਼ਾਂ ਸਾਰੀ ਤੁਹਾਨੂੰ, ਪਜਾਮੇ, ਆ ਕੋਟੀਆਂ, ਆ ਸਵੈਟਰ, ਸਾਰੀਆਂ ਚੀਜ਼ਾਂ ਉੱਥੇ, ਦਸਤਾਰਾਂ, ਸਭ ਕੁਝ ਮਿਲ ਜੂ ਤੁਹਾਨੂੰ। ਪਰ ਇੱਕ ਚੀਜ਼ ਕਈ ਵਾਰੀ ਕੰਫਰਟੇਬਲ ਹੁੰਦਾ ਬੰਦਾ ਉਸ ਚੀਜ਼ 'ਚ, ਹੈ ਨਾ, ਉਹ ਤਾਂ ਕਹਿ ਰਿਹਾ ਤੁਹਾਨੂੰ। ਬਾਕੀ ਤੁਸੀਂ ਨਹੀਂ ਵੀ ਲੈਣਾ ਤਾਂ ਕੋਈ ਮਸਲਾ ਨਹੀਂ, ਹੈ ਨਾ। ਇੱਕ ਆਪਣੇ ਆਧਾਰ ਕਾਰਡ ਵਗੈਰਾ ਨਾਲ ਜ਼ਰੂਰ ਲੈ ਲਿਓ, ਹੈ ਨਾ, ਉਹ ਲੈ ਲਿਓ ਬਸ। ਠੀਕ ਹੈ ਜੀ, ਬਸ ਕਰ ਦਿਓ ਬੰਦ। ਆਂਟੀ ਠੀਕ ਹੈ ਜੀ, ਚੱਲੀਏ ਆਂਟੀ ਜੀ, ਚਲੋ ਅੱਜ ਸੁਪਨਿਆਂ ਦੇ ਘਰ ਚੱਲਾਂਗੇ, ਸੁਪਨਿਆਂ ਦਾ ਘਰ ਆਓ। ਘਬਰਾਉਣਾ